ਆਪਣੇ ਪੰਜਾਬ 'ਚ ਕੁਝ ਡਾਕਟਰਸ ਇਹੋ ਜਿਹੇ ਨੇ ਜਿਹੜੇ ਹਜ਼ਾਰਾਂ ਹੀ ਨੀ ਰਿਪਲੇਸਮੈਂਟ ਕਰ ਰਹੇ ਨੇ ਔਰ ਰਿਕਾਰਡ ਸਥਾਪਿਤ ਕਰ ਰਹੇ ਨੇ। ਕਿੰਨਾ ਗੰਭੀਰ ਵਿਸ਼ਾ ਹੈ ਕਿ ਇੰਨੇ ਨੀ ਰਿਪਲੇਸਮੈਂਟ ਹੋ ਕਿਉਂ ਰਹੇ ਹੈ। ਅੱਜਕੱਲ ਗੋਡੇ ਬਦਲਾਉਣ ਦਾ ਫੈਸ਼ਨ ਹੋ ਗਿਆ ਹੈ। ਜ਼ਰਾ ਜਿੰਨਾ ਕੋ ਦਰਦ ਹੋਵੇ ਨੀ ਰਿਪਲੇਸਮੈਂਟ ਦੀਆਂ ਸਲਾਹਾਂ ਮਿਲਣ ਲੱਗਦੀਆਂ ਨੇ। ਕਈ ਡਾਕਟਰ ਤਾਂ ਗੋਡੇ ਬਦਲਾਉਣ ਦਾ ਵਰਲਡ ਰਿਕਾਰਡ ਬਣਾਉਣ 'ਚ ਵੀ ਲੱਗੇ ਨੇ। ਪਰ ਕੀ ਗੋਡੇ ਬਦਲਾਉਣਾ ਹੱਲ ਹੈ ਜਾਂ ਸਾਨੂੰ ਕਿਸ ਸਟੇਜ ਤੇ ਨੀ ਰਿਪਲੇਸਮੈਂਟ ਕਰਾਉਣੀ ਚਾਹੀਦੀ ਹੈ? ਇਸ ਲਈ ਪੁਖਤਾ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਪਰ ਗੋਡੇ ਬਦਲਾਉਣ ਤੋਂ ਬਾਅਦ ਵੀ ਵਰਜਿਸ਼ ਤੇ ਲੋੜੀਂਦੀ ਕਸਰਤ ਜ਼ਰੂਰੀ ਹੈ। ਇਲਾਜ ਨਾਲੋਂ ਪਰਹੇਜ਼ ਹਮੇਸ਼ਾ ਬਿਹਤਰ ਹੁੰਦਾ ਹੈ। ਇਸੇ ਕਰਕੇ ਗੋਡੇ ਬਦਲਾਉਣ ਨਾਲੋਂ ਗੋਡਿਆਂ ਨੂੰ ਬਚਾ ਲਿਆ ਜਾਵੇ, ਇਹ ਜ਼ਿਆਦਾ ਠੀਕ ਜਾਪਦਾ ਹੈ। ਫਿਜ਼ੀਓਥੈਰੇਪੀ ਇਸ ਦਾ ਇਲਾਜ ਹੈ। ਸ਼੍ਰੀ ਫਤਿਹਗੜ੍ਹ ਸਾਹਿਬ 'ਚ ਸਥਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ 'ਚ ਮੁਫਤ ਫਿਜ਼ੀਓਥੈਰੇਪੀ ਦਿੱਤੀ ਜਾਂਦੀ ਹੈ। ਇੱਥੇ ਡਾਕਟਰ ਪੰਕਜ ਨੂੰ ਤੁਸੀਂ ਦੁਪਹਿਰ 2 ਤੋਂ ਲੈ ਕੇ 4 ਵਜੇ ਤੱਕ ਹਰ ਸੋਮਵਾਰ ਤੋਂ ਸ਼ੁੱਕਰਵਾਰ ਮਿਲ ਸਕਦੇ ਹੋ। ਆਪਣੀ ਸਮੱਸਿਆਵਾਂ ਦਾ ਹੱਲ ਇਹਨਾਂ ਤੋਂ ਲੈ ਸਕਦੇ ਹੋ। ਜੋ ਵੀ ਗੋਡਿਆਂ ਜਾਂ ਜੋੜਾਂ ਦੇ ਦਰਦ ਸੰਬੰਧੀ ਡਾਕਟਰ ਪੰਕਜ ਨੂੰ ਮਿਲਦਾ ਹੈ, ਯਕੀਨਨ ਸ਼ਿਫਾਯਾਬ ਹੋ ਕੇ ਜਾਂਦਾ ਹੈ। ਅੱਜ ਦਾ ਅਨਮਿਊਟ ਦੇ ਸਟੂਡੀਓ 'ਚ ਆਏ ਡਾਕਟਰ ਪੰਕਜ ਪ੍ਰੀਤ ਆਪਣੇ ਖਾਸ ਤਜਰਬੇ 'ਚੋਂ ਕੁਝ ਗੱਲਾਂ ਸਾਂਝੀਆਂ ਕਰ ਰਹੇ ਨੇ ਕਿ ਕਿਸ ਤਰ੍ਹਾਂ ਨੀ ਰਿਪਲੇਸਮੈਂਟ ਤੋਂ ਬਚਾਅ ਕੀਤਾ ਜਾ ਸਕਦਾ ਹੈ। ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਇੱਕ ਔਰ ਤਾਂ ਤੁਸੀਂ ਸੁਣਿਆ ਹੀ ਹੋਏਗਾ। ਇਨੀਸ਼ੀਅਲੀ ਜਦੋਂ ਮੈਡੀਕਲ ਇੰਡਸਟਰੀ ਆਈ ਸੀ ਤੇ ਉਦੋਂ ਇਸ ਨੂੰ ਐਜ਼ ਅ ਟ੍ਰੀਟਮੈਂਟ ਇੰਡਸਟਰੀ ਕੰਸੀਡਰ ਕੀਤਾ ਜਾਂਦਾ ਸੀ, ਪਰ ਸਮੇਂ ਦੇ ਨਾਲ ਇਹ ਇੱਕ ਪ੍ਰੀਵੈਂਟੇਟਿਵ ਜਿਹੜਾ ਮੇਜਰਸ ਦੇਣ ਵਾਲੀ ਇੰਡਸਟਰੀ ਦੇ ਵਿੱਚ ਤਬਦੀਲ ਹੋ ਗਈ ਹੈ। ਇਸੇ ਤਰ੍ਹਾਂ ਜਦੋਂ ਅਸੀਂ ਫਿਜ਼ੀਓਥੈਰੇਪੀ ਦੀ ਗੱਲ ਕਰਦੇ ਹਾਂ ਤਾਂ ਫਿਜ਼ੀਓਥੈਰੇਪੀ ਵੀ ਇੱਕ ਪ੍ਰੀਵੈਂਸ਼ਨ ਦਾ ਹੀ ਇੱਕ ਜ਼ਰੀਆ ਹੈ ਕਿ ਅਸੀਂ ਬਜਾਏ ਕਿ ਟਰੀਟ ਕਰਵਾਈਏ, ਉਸ ਤੋਂ ਪਹਿਲਾਂ ਸਾਨੂੰ ਕੀ ਜਿਹੜੀਆਂ ਪ੍ਰੀਕਾਸ਼ਨਸ ਨੇ ਉਹ ਲੈਣੀਆਂ ਚਾਹੀਦੀਆਂ ਨੇ। ਉਸ ਮੁਤਾਲਿਕ ਅੱਜ ਦੇ ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ। ਦਾ ਅਨਮਿਊਟ ਦੇਖ ਰਹੇ ਹੋ ਤੁਸੀਂ, ਮੈਂ ਹਾਂ ਤੁਹਾਡੇ ਨਾਲ ਗੁਰਨੀਤ। ਦੋਸਤੋ, 8 ਸਤੰਬਰ ਨੂੰ ਹਰ ਸਾਲ ਵਰਲਡ ਫਿਜ਼ੀਓਥੈਰੇਪੀ ਡੇ ਮਨਾਇਆ ਜਾਂਦਾ ਹੈ ਔਰ ਇਸ ਦਿਨ ਨੂੰ ਮਨਾਉਣ ਦੀ ਜਿਹੜੀ ਜ਼ਰੂਰਤ ਹੈ ਉਹ ਸਾਨੂੰ ਇਸੇ ਕਰਕੇ ਮਹਿਸੂਸ ਹੋ ਰਹੀ ਹੈ ਕਿਉਂਕਿ ਲੋਕਾਂ ਨੂੰ ਫਿਜ਼ੀਓਥੈਰੇਪੀ ਦੇ ਮੁਤਾਲਿਕ ਕਿਤੇ ਨਾ ਕਿਤੇ ਗਾਈਡ ਕਰਨ ਦੀ ਜ਼ਰੂਰਤ ਹੈ। ਕਿਉਂਕਿ ਹੁਣ ਤੁਸੀਂ ਗੋਡਿਆਂ ਦਾ ਕਨਸੈਪਟ ਲੈ ਲਓ, ਬਹੁਤ ਸਾਰੇ ਲੋਕ ਨੇ, ਹੁਣ ਤਾਂ ਪਿੰਡਾਂ ਦੇ ਵਿੱਚ ਵੀ ਚੱਲਣ ਆਮ ਹੋ ਗਿਆ ਕਿ ਜੇ ਕਿਸੇ ਨੂੰ ਮਤਲਬ ਗੋਡੇ ਦੇ ਵਿੱਚ ਕੋਈ ਦਰਦ ਹੁੰਦਾ ਤੇ ਉਹ ਚਾਹੁੰਦਾ ਵੀ ਉਸਦੇ ਗੋਡੇ ਰਿਪਲੇਸ ਹੀ ਹੋ ਜਾਣ, ਮਤਲਬ ਸਿੱਧਾ ਰਿਪਲੇਸ। ਇਸ ਦਾ ਸਹੀ ਰਸਤਾ ਕੀ ਹੈ? ਸਾਨੂੰ ਪਹਿਲਾਂ ਕੁਝ ਪ੍ਰੀਵੈਂਟਿਵ ਮੇਜਰਸ ਵੱਲ ਨੂੰ ਰੁਖ ਕਰਨਾ ਚਾਹੀਦਾ ਜਾਂ ਅਸੀਂ ਉਸ ਸਟੇਜ 'ਤੇ ਹਾਂ ਕਿ ਹੁਣ ਸਾਨੂੰ ਗੋਡੇ ਬਦਲਾ ਲੈਣੇ ਚਾਹੀਦੇ ਨੇ ਜਾਂ ਫਿਰ ਬਚਾਅ ਦੇ ਨਾਲ ਹੀ ਸਾਡਾ ਸਰ ਸਕਦਾ। ਇਸੇ ਕਿਸਮ ਦੀਆਂ ਚੀਜ਼ਾਂ 'ਤੇ ਡਾਕਟਰ ਪੰਕਜ ਪ੍ਰੀਤ ਹੋਰੀ ਅਕਸਰ ਫੋਕਸ ਕਰਦੇ ਨੇ ਕਿ ਗੋਡਿਆਂ ਨੂੰ ਬਦਲਾਉਣਾ ਹੱਲ ਨਹੀਂ ਹੈ, ਇਸ ਤੋਂ ਇਲਾਵਾ ਗੋਡਿਆਂ ਨੂੰ ਬਚਾਇਆ ਜਾਣਾ ਚਾਹੀਦਾ ਹੈ। ਇੱਕ ਵਾਰ ਫਿਰ ਤੋਂ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਉਹ ਇਸੇ ਟੌਪਿਕ ਰਿਗਾਰਡਿੰਗ ਗੱਲਬਾਤ ਦੇ ਲਈ ਮੌਜੂਦ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਤੋਂ ਉਹ ਚੇਚੇ ਤੌਰ 'ਤੇ ਸਾਡੇ ਨਾਲ ਇੱਥੇ ਆਏ ਨੇ। ਤੁਹਾਨੂੰ ਦੱਸ ਦਈਏ ਕਿ ਉੱਥੇ ਦੇ ਫਿਜ਼ੀਓਥੈਰੇਪੀ ਡਿਪਾਰਟਮੈਂਟ ਦੇ ਇਹ ਹੈੱਡ ਨੇ। ਡਾਕਟਰ ਸਾਹਿਬ, ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ। ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਮੈਨੂੰ ਮੌਕਾ ਦਿੱਤਾ ਅਵੇਅਰਨੈਸ ਵਾਸਤੇ। ਤੇ ਧੰਨਵਾਦ ਕਰਦਾ ਮੈਂ ਤੇਜਿੰਦਰ ਭਾਜੀ ਦਾ ਜਿਹੜੇ ਹਰ ਵਾਰ ਮੈਨੂੰ ਮੌਕਾ ਦਿੰਦੇ ਨੇ, ਤੇ ਅਨਮਿਊਟ ਟੀਮ ਦਾ। ਜੀ ਡਾਕਟਰ ਸਾਹਿਬ, ਜਿਵੇਂ ਅਸੀਂ ਗੱਲ ਕੀਤੀ ਵੀ ਹੁਣ ਵਰਲਡ ਫਿਜ਼ੀਓਥੈਰੇਪੀ ਡੇ ਹੈਗਾ ਤੇ ਇੱਥੇ ਅੱਜ ਆਪਾਂ ਖਾਸ ਕਰਕੇ ਗੋਡਿਆਂ ਬਾਰੇ ਗੱਲ ਕਰ ਰਹੇ ਹਾਂ। ਗੋਡੇ ਵਾਕਈ ਸਾਨੂੰ ਬਦਲਾ ਲੈਣੇ ਚਾਹੀਦੇ ਨੇ ਜਾਂ ਐਜ਼ ਅ ਫਿਜ਼ੀਓਥੈਰੇਪਿਸਟ ਤੁਹਾਡੀ ਕੀ ਰਾਏ ਹੈ? ਐਜ਼ ਅ ਫਿਜ਼ੀਓਥੈਰੇਪਿਸਟ ਮੇਰੀ ਰਾਏ ਇਹ ਹੈ ਜੀ ਕਿ ਸਰਜਰੀ ਹਮੇਸ਼ਾ ਲਾਸਟ ਆਪਸ਼ਨ ਰੱਖਣੀ ਚਾਹੀਦੀ ਹੈ ਜੀ। ਪ੍ਰੋਬਲਮ ਅੱਜ ਦੀ ਡੇਟ 'ਚ ਇਹ ਹੈ ਕਿ ਜੇ ਕਿਸੇ ਦਾ ਗੋਡਾ ਖਰਾਬ ਹੋ ਰਿਹਾ ਹੈ, ਉਹਨੂੰ ਪਤਾ ਹੀ ਨਹੀਂ ਹੈ ਕਿ ਉਹ ਖਰਾਬ ਹੋ ਰਿਹਾ। ਆਰਥੋਪੈਡਿਸ਼ਨ ਕੋਲ ਜਾਂਦਾ ਹੈ, ਮੈਡੀਸਨ ਲੈਂਦਾ ਹੈ, ਦਰਦ ਹਟ ਜਾਂਦੀ ਹੈ, ਅਗੇਨ ਉਹ ਫਿਰ ਜਦੋਂ ਕਿਤੇ ਦੁਖਦਾ ਅਤੇ ਉਹ ਫਿਰ ਆਰਥੋਪੈਡਿਸ਼ਨ ਕੋਲ ਵੀ ਨਹੀਂ ਜਾਂਦਾ। ਉਹ ਦੇਖਦਾ ਹੈ ਕਿ ਉਹ ਜਿਹੜੀ ਮੈਡੀਸਨ ਉਹਨੇ ਲਾਸਟ ਟਾਈਮ ਦਿੱਤੀ ਸੀ ਮੈਂ ਉਹੀ ਖਾ ਲਾਂ, ਅਤੇ ਉਹ ਜਿਹੜੀ ਉਹ ਮੈਡੀਸਨ ਹੈ ਉਹ ਬਿਨਾਂ ਕੰਸਲਟੇਸ਼ਨ ਦੇ ਐਜ਼ ਏ ਓਵਰ ਦਾ ਕਾਊਂਟਰ ਡਰੱਗ ਜਿਵੇਂ ਹੋ ਜਾਂਦੀ ਹੈ, ਕੋਈ ਵੀ ਗੋਲੀ ਚੱਕੀ ਅਤੇ ਖਾ ਲਈ ਹਾਜਮੋਲਾ ਵਾਂਗ, ਉਹ ਰੈਪੀਟੀਸ਼ਨ ਚੱਲਦੀ ਜਾ ਰਹੀ ਹੈ ਜੀ। ਉਹਦੇ 'ਚ ਕੀ ਹੁੰਦਾ ਕਿ ਉਹ ਕਿਤੇ ਨਾ ਕਿਤੇ ਆਪਣੀ ਕਿਡਨੀ ਨੂੰ ਵੀ ਡੈਮੇਜ ਕਰ ਰਿਹਾ ਅਤੇ ਨੀ ਤਾਂ ਡੈਮੇਜ ਹੋ ਹੀ ਰਿਹਾ, ਕਿਉਂਕਿ ਨੀ ਡੈਮੇਜ ਹੋ ਰਿਹਾ ਬਾਇਓਮਕੈਨੀਕਲ ਫਾਲਟ ਹੈ ਜੀ। ਗੋਡੇ ਦੀ ਜਿਹੜੀ ਅਲਾਈਨਮੈਂਟ ਹੈ
ਉਹ ਚੇਂਜ ਹੋ ਰਹੀ ਹੈ। ਹੁਣ ਆਪਾਂ ਅਗਰ ਮੋਟਰ ਇੰਡਸਟਰੀ ਦੇਖੀਏ, ਕਾਰਾਂ, ਸਕੂਟਰ, ਮੋਟਰਸਾਈਕਲ ਚਲਾਉਂਦੇ ਆ, ਆਪਾਂ ਉਹਨਾਂ ਦੀ ਹਰ 5000 10000 15000 ਕਿਲੋਮੀਟਰ ਬਾਅਦ ਸਰਵਿਸ ਕਰਾਉਂਦੇ ਆ। ਉਸ ਸਰਵਿਸ ਦੌਰਾਨ ਉਹ ਬਕਾਇਦਾ ਬੈਲੈਂਸਿੰਗ ਐਂਡ ਅਲਾਈਨਮੈਂਟ ਹੁੰਦੀ ਹੈ ਤਾਂ ਕਿ ਉਹਦੀ ਜਿਹੜੀ ਟਾਇਰ ਦੀ ਲਾਈਫ ਉਹ ਵਧੀਆ ਰਵੇ ਜੀ। ਬੰਦਾ ਇਸ ਕੇਸ 'ਚ ਕਦੀ ਆਪਣੀ ਅਲਾਈਨਮੈਂਟ ਚੈੱਕ ਨਹੀਂ ਕਰਾਉਂਦਾ। ਉਹ ਗੋਡੇ ਨੂੰ ਪੇਨ ਦਾ ਜ਼ਰੀਆ, ਜਦੋਂ ਉਹਨੂੰ ਪੇਨ ਹੁੰਦਾ ਹੈ, ਇੱਕ ਗੋਲੀ ਖਾ ਕੇ ਹੀ ਦਬਾ ਕੇ ਰੱਖਣਾ ਚਾਹੁੰਦਾ ਹੈ, ਉਸ ਤੋਂ ਅੱਗੇ ਕੋਈ ਐਫਰਟ ਨਹੀਂ ਕਰਦਾ। ਅਗਰ ਉਹ ਐਫਰਟ ਕਰੇ ਤਾਂ ਉਹ ਦਰਦ ਕਿਉਂ ਹੋਇਆ ਉਹਦਾ ਰੀਜ਼ਨ ਫਾਈਂਡ ਆਊਟ ਕਰੇ ਅਤੇ ਕੁਛ ਐਕਸਰਸਾਈਜ਼ ਕਰਕੇ, ਕੁਛ ਪ੍ਰੀਵੈਂਸ਼ਨਸ ਲੈ ਕੇ ਉਹ ਰਿਪਲੇਸਮੈਂਟ ਬਚਾਈ ਜਾ ਸਕਦੀ ਹੈ ਜੀ। ਰੌਲਾ ਇਹ ਹੈ ਕਿ ਫਿਜ਼ੀਓਥੈਰੇਪਿਸਟ ਕੋਲ ਉਹ ਪੇਸ਼ੈਂਟ ਉਦੋਂ ਆਉਂਦਾ ਹੈ ਜਦੋਂ ਉਹ ਬਿਲਕੁਲ ਲਾਸਟ ਸਟੇਜ 'ਤੇ ਹੁੰਦਾ। ਲਾਸਟ ਸਟੇਜ ਮੀਨਸ ਕਿ ਦੋਨੋਂ ਹੱਡੀਆਂ ਜਿਹੜੀਆਂ ਆਪਸ 'ਚ ਜੁੜ ਚੁੱਕੀਆਂ ਹੁੰਦੀਆਂ ਨੇ। ਉਸ ਕੇਸ 'ਚ ਫਿਰ ਅਸੀਂ ਕੁਛ ਨਹੀਂ ਕਰ ਸਕਦੇ ਐਂਡ ਦੈਟ ਇਜ਼ ਦਾ ਓਨਲੀ ਹੱਲ ਕਿ ਉਹ ਰਿਪਲੇਸ ਕਰਾ ਲਿਆ ਜਾਵੇ ਜੀ। ਹੁਣ ਇੱਕ ਪਾਸੇ ਦੇਖੋ ਆਪਣੇ ਪੰਜਾਬ 'ਚ ਕੁਛ ਡਾਕਟਰਸ ਇਹੋ ਜਿਹੇ ਨੇ ਜਿਹੜੇ ਹਜ਼ਾਰਾਂ ਹੀ ਨੀ ਰਿਪਲੇਸਮੈਂਟ ਕਰ ਰਹੇ ਨੇ ਔਰ ਰਿਕਾਰਡ ਸਥਾਪਿਤ ਕਰ ਰਹੇ ਨੇ। ਹਾਂਜੀ, ਮੈਂ ਉਹਨਾਂ ਦੀ ਕਾਬਲੀਅਤ ਨੂੰ ਸਲੂਟ ਮਾਰਦਾ। ਪਰ ਦੂਜਾ ਪਾਸਾ ਜੇ ਦੇਖਿਆ ਜਾਵੇ ਤਾਂ ਇਹ ਕਿੰਨਾ ਗੰਭੀਰ ਵਿਸ਼ਾ ਹੈ ਕਿ ਇੰਨੇ ਨੀ ਰਿਪਲੇਸਮੈਂਟ ਹੋ ਕਿਉਂ ਰਹੇ ਹੈ। ਬਿਲਕੁਲ, ਅਸੀਂ ਕਿੱਥੇ ਮਾਰ ਖਾ ਰਹੇ ਹਾਂ? ਕਿਉਂ ਉਹ ਬੰਦਾ ਮੈਂਟਲੀ, ਫਿਜ਼ੀਕਲੀ ਐਂਡ ਫਾਈਨੈਂਸ਼ਲੀ ਟਾਰਚਰ ਹੋ ਰਿਹਾ ਜੀ? ਕੀ ਸਾਨੂੰ ਇਹ ਰੋਕਣਾ ਨਹੀਂ ਚਾਹੀਦਾ? ਕੀ ਸਾਨੂੰ ਇਹਦੇ ਬਾਰੇ ਲੋਕਾਂ ਨੂੰ ਅਵੇਅਰ ਨਹੀਂ ਕਰਨਾ ਚਾਹੀਦਾ? ਸੋ ਇਹ ਇੱਕ ਗੰਭੀਰ ਮੁੱਦਾ ਹੈ ਅਤੇ ਉਸੇ ਮੁੱਦੇ ਨੂੰ ਮੈਂ ਚੱਕ ਕੇ ਬਹੁਤ ਸਾਲਾਂ ਤੋਂ ਇੱਕ ਮੁਹਿੰਮ ਚਲਾਈ ਹੋਈ ਹੈ ਕਿ ਗੋਡੇ ਬਦਲਾਓ ਨਹੀਂ ਬਚਾਓ। ਬਿਲਕੁਲ 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 ਦਰੁਸਤ ਕਿਹਾ ਡਾਕਟਰ ਸਾਹਿਬ ਤੁਸੀਂ ਵੀ। ਉਹੀ ਗੱਲ ਵੀ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਕਿਉਂ ਨਾ ਅਸੀਂ ਪਹਿਲਾਂ ਹੀ ਪ੍ਰੀਵੈਂਟ ਕਰ ਲਈਏ। ਮੈਂ ਵੀ ਜਾਣਨਾ ਚਾਹਾਂਗੀ ਕਿ ਜਿਵੇਂ 2014 ਤੋਂ ਲੈ ਕੇ ਹੁਣ ਤੱਕ ਇੱਕ ਲੰਬਾ ਅਰਸਾ ਹੋ ਗਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ 'ਚ ਤੁਸੀਂ ਐਜ਼ ਹੈਡ ਆਫ ਡਿਪਾਰਟਮੈਂਟ ਹੈਗੇ ਹੋ ਔਰ ਉੱਥੇ ਲੋਕਾਂ ਦੀ ਤੁਸੀਂ ਸੇਵਾ ਕਰਦੇ ਹੋ। ਲੋਕ ਬਹੁਤ ਸਾਰੇ ਆਉਂਦੇ ਨੇ ਅਤੇ ਉਦੋਂ ਮੈਂ ਨਾ ਲੋਕਾਂ ਦੀ ਸਾਈਕੀ ਸਮਝਣਾ ਚਾਹ ਰਹੀ ਹਾਂ ਦਰਅਸਲ ਤੁਹਾਡੇ ਤੋਂ, ਕਿਉਂਕਿ ਜਿਹੜੇ ਲੋਕ ਇੱਕ ਪ੍ਰੋਫੈਸ਼ਨਲ ਕਲੀਨਿਕ ਵਿੱਚ ਜਾਂਦੇ ਜਿੱਥੇ ਡਾਕਟਰ ਬੈਠੇ ਨੇ, ਉਹ ਕਿਤੇ ਨਾ ਕਿਤੇ ਉਹਨਾਂ ਨੂੰ ਮਿਸਗਾਈਡ ਵੀ ਕਰ ਦਿੰਦੇ ਕਿਉਂਕਿ ਕਮਰਸ਼ੀਅਲ ਯੁੱਗ ਹੈ, ਇਹਦੇ ਵਿੱਚ ਕੋਈ ਡਾਊਟ ਤਾਂ ਹੈ ਹੀ ਨਹੀਂ। ਪਰ ਦੂਜੇ ਪਾਸੇ ਜਦੋਂ ਲੋਕੀ ਤੁਹਾਡੇ ਕੋਲੋਂ ਆ ਕੇ ਸ਼ਿਫਾਯਾਬ ਹੋ ਕੇ ਜਾਂਦੇ ਹੈ, ਕਿਸ ਤਰ੍ਹਾਂ ਦਾ ਐਕਸਪੀਰੀਅੰਸ? ਬਹੁਤ ਸਾਰੇ ਲੋਕ ਇੱਦਾਂ ਦੀਆਂ ਗੱਲਾਂ ਦੱਸਦੇ ਹੋਣਗੇ ਵੀ ਸਾਨੂੰ ਤਾਂ ਆਪਰੇਸ਼ਨ ਦੱਸਤਾ ਸੀ ਡਾਕਟਰ ਨੇ। ਮੈਮ ਇੱਦਾਂ ਦੇਖੋ, ਅਗਰ ਕਿਸੇ ਦਾ ਗੋਡਾ ਦੁਖਦਾ ਜੇ ਉਹ ਗੋਡਾ ਲੈ ਕੇ ਸਰਜਨ ਕੋਲ ਜਾਊਗਾ ਤੇ ਉਹਨੇ ਸਰਜਰੀ ਹੀ ਦੱਸਣੀ ਹੈ। ਜੇ ਉਹ ਗੋਡਾ ਲੈ ਕੇ ਕਿਸੇ ਦੇਸੀ ਬੰਦੇ ਕੋਲ ਜਾਊਗਾ ਤੇ ਉਹਨੇ ਮਾਲਿਸ਼ ਹੀ ਕਰਨੀ ਹੈ, ਉਹ ਸਰਜਰੀ ਨਹੀਂ ਕਰ ਸਕਦਾ ਕਿਉਂਕਿ ਉਹਦਾ ਪੇਸ਼ਾ ਉਹ ਹੈ। ਜੇ ਗੋਡਾ ਲੈ ਕੇ ਉਹ ਫਿਜ਼ੀਓਥੈਰੇਪਿਸਟ ਕੋਲ ਆਊਗਾ ਤੇ ਨਾ ਉਹਨੇ ਸਰਜਰੀ ਕਰਨੀ ਹੈ, ਉਹਨੇ ਸਿਰਫ ਔਰ ਸਿਰਫ ਉਹਨੂੰ ਪ੍ਰੀਵੈਂਸ਼ਨ ਸੇ ਐਕਸਰਸਾਈਜ਼ ਦੱਸਣੀ ਹੈ ਤਾਂ ਕਿ ਉਹਨੂੰ ਪ੍ਰੀਵੈਂਟ ਕਰ ਸਕੇ ਜੀ। ਹਾਂ, ਅਗਰ ਉਹ ਲਾਸਟ ਸਟੇਜ 'ਤੇ ਹੈ, ਅਗਰ ਉਹ ਸੈਪਟਿਕ ਹੈ, ਮਤਲਬ ਕੋਈ ਇਨਫੈਕਸ਼ਨ ਹੋ ਗਈ, ਤਾਂ ਅਸੀਂ ਰੈਫਰ ਕਰ ਦਿੰਦੇ ਹਾਂ ਟੂ ਆਰਥੋਪੈਡਿਸ਼ਨ ਕਿ ਹੁਣ ਇਹਦਾ ਹੱਲ ਕੋਈ ਨਹੀਂ ਹੈ, ਹੁਣ ਸਰਜਰੀ ਹੈ। ਸੋ ਗੱਲ ਇਹ ਹੈ ਕਿ ਪੇਸ਼ੈਂਟ ਦੀ ਚੋਇਸ ਕੀ ਹੈ ਜੀ। ਅਗਰ ਉਹ ਸੋਚ ਕੇ ਚੱਲ ਰਿਹਾ ਕਿ ਮੈਂ ਸਰਜਰੀ ਕਰਾਉਣੀ ਹੈ, ਫਿਰ ਉਹ ਸਰਜਨ ਕੋਲ ਜਾਵੇ। ਅਗਰ ਉਹ ਚਾਹੁੰਦਾ ਹੈ ਕਿ ਮੈਂ ਬਿਨਾਂ ਸਰਜਰੀ ਇਹਨੂੰ ਬਚਾਉਣਾ ਚਾਹੁੰਦਾ ਤਾਂ ਉਹ ਫਿਜ਼ੀਓਥੈਰੇਪਿਸਟ ਕੋਲ ਜ਼ਰੂਰ ਜਾਵੇ। ਪਰ ਡਾਕਟਰ ਸਾਹਿਬ ਇੱਥੇ ਇਹ ਵੀ ਸਮਝਣ ਦੀ ਲੋੜ ਹੈ ਨਾ ਵੀ ਸਾਨੂੰ ਇਹ ਕਿਵੇਂ ਪਤਾ ਲੱਗੇ ਵੀ ਸਾਨੂੰ ਇਸ ਟਾਈਮ ਫਿਜ਼ੀਓਥੈਰੇਪਿਸਟ ਦੀ ਜ਼ਰੂਰਤ ਹੈ ਜਾਂ ਸਾਨੂੰ ਇੱਕ ਆਰਥੋ ਵਾਲੇ ਡਾਕਟਰ ਦੀ ਜ਼ਰੂਰਤ ਹੈ? ਬੜਾ ਹੀ ਵੈਲਿਡ ਕੁਐਸਚਨ ਪੁੱਛਿਆ ਜੀ। ਵਾਕਈ ਲੋਕਾਂ ਨੂੰ ਨਹੀਂ ਪਤਾ। ਦੇਖੋ, ਅਗਰ ਤੁਹਾਡਾ ਗੋਡਾ ਦੁਖ ਰਿਹਾ, ਤੁਸੀਂ ਕੋਈ ਮੈਡੀਕੇਸ਼ਨਸ ਲੈ ਰਹੇ ਹੋ, ਮੈਂ ਮੈਡੀਕੇਸ਼ਨਸ ਦੇ ਅਗੇਂਸਟ ਨਹੀਂ ਹੈ, ਲਓ, ਪਰ ਉਹਨੂੰ ਐਵਰੀਥਿੰਗ ਇਨ ਐਕਸੈਸ ਇਜ਼ ਬੈਡ, ਉਹਨੂੰ ਕੰਟਰੋਲ ਮਾਤਰਾ 'ਚ ਲਓ ਅੰਡਰ ਦਾ ਕੰਸਲਟੇਸ਼ਨ ਆਫ ਏ ਆਰਥੋਪੈਡਿਸ਼ਨ। ਹਾਂ, ਪਰ ਨਾਲ ਤੁਸੀਂ ਫਿਜ਼ੀਓ ਨੂੰ ਜ਼ਰੂਰ ਕੰਸਲਟ ਕਰੋ ਕਿਉਂਕਿ ਉਹ ਪੇਨ ਹੋਇਆ ਕਿਉਂ, ਉਹ ਕੀ ਬਾਇਓਮੈਕੈਨੀਕਲ ਫਾਲਟ ਸੀ, ਕੀ ਸਾਨੂੰ ਮਸਲ ਸਟਰੈਚ ਕਰਨੀ ਚਾਹੀਦੀ ਹੈ, ਕੀ ਸਾਨੂੰ ਸਟਰੈਚਿੰਗ ਕਰਨੀ ਚਾਹੀਦੀ ਹੈ, ਕੀ ਉਹ ਆਪਾਂ ਨੂੰ ਸਟਰੈਂਥਨਿੰਗ ਐਕਸਰਸਾਈਜ਼ ਵੱਲ ਜਾਣਾ ਚਾਹੀਦਾ ਹੈ, ਕੀ ਸਾਨੂੰ ਸ਼ੂਜ਼ ਮੋਡੀਫਿਕੇਸ਼ਨ ਕਰਾਉਣੇ ਚਾਹੀਦੇ ਹੈ, ਕੀ ਸਾਨੂੰ ਕੋਈ ਪਰਟੀਕੂਲਰ ਪੋਸਚਰ ਦਾ ਖਿਆਲ ਰੱਖਣਾ ਚਾਹੀਦਾ ਹੈ। ਇਹ ਛੋਟੀਆਂ ਛੋਟੀਆਂ ਹਰ ਚੀਜ਼ਾਂ ਦਾ ਗਾਈਡ ਜਿਹੜਾ ਹੈ ਉਹ ਫਿਜ਼ੀਓਥੈਰੇਪਿਸਟ ਹੈ। ਸੋ ਸਾਡੇ ਕੋਲ ਬੜੇ ਗੋਡੇ ਵਾਲੇ ਮਰੀਜ਼ ਆਉਂਦੇ ਨੇ, ਕਈ ਬਹੁਤ ਅਰਲੀ ਸਟੇਜ 'ਚ ਆ ਜਾਂਦੇ ਨੇ, ਕਈ ਬਹੁਤ ਲੇਟ ਸਟੇਜ 'ਚ ਆਉਂਦੇ ਨੇ। ਸੋ ਕੁਛ ਗੱਲਾਂ ਮੈਂ ਸਾਂਝੀਆਂ ਕਰਾਂਗਾ। ਜਿਹੜਾ ਮਰੀਜ਼ ਆ ਕੇ ਸਾਨੂੰ ਕਹਿੰਦਾ ਹੈ ਕਿ ਮੈਨੂੰ ਚੌਕੜੀ ਮਾਰੇ ਤੇ ਦਰਦ ਹੁੰਦੀ ਹੈ, ਤਾਂ ਇਹਦਾ ਹੱਲ ਇਹ ਨਹੀਂ ਹੈ ਕਿ ਚੌਕੜੀ ਛੱਡ ਦਿਓ ਮਾਰਨੀ, ਨਹੀਂ, ਉਹਦਾ ਹੱਲ ਲੱਭਿਆ ਜਾਵੇ ਕਿ ਚੌਕੜੀ ਮਾਰੇ ਤੇ ਦਰਦ ਹੋ ਕਿਉਂ ਰਹੀ ਹੈ। ਕੋਈ ਮਰੀਜ਼ ਆ ਕੇ ਕਹਿੰਦੇ ਜਦੋਂ ਮੈਂ ਪੌੜੀ ਚੜ੍ਹਦਾ ਨਾ ਉਦੋਂ ਐਨ ਗੋਡੇ 'ਚ ਚਪਕ ਜਿਹੀ ਪੈਂਦੀ ਹੈ, ਪਰ ਤੁਰਦਾ ਤਾਂ ਨਹੀਂ ਪੈਂਦੀ। ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਆਪਾਂ ਪੌੜੀ ਚੜ੍ਹਨੋਂ ਛੱਡ ਦਈਏ ਜੀ, ਠੀਕ ਹੈ। ਕਈ ਮਰੀਜ਼ ਆ ਕੇ ਕਹਿੰਦੇ ਨੇ ਕਿ ਲੇਟੇ ਤੇ ਕੋਈ ਦਰਦ ਨਹੀਂ ਹੈ, ਜਦੋਂ ਕੁਰਸੀ ਤੋਂ ਉੱਠਦਾ ਤਾਂ ਦਰਦ ਹੁੰਦੀ ਹੈ।
ਸੋ ਇਹ ਬਾਇਓਮੈਕੈਨੀਕਲ ਫਾਲਟ ਹੈ, ਆਪਣੇ ਕੋਲ ਨੀ ਦਾ ਮਾਡਲ ਪਿਆ ਹੈ। ਸੋ ਇਹ ਜਿਹਨੂੰ ਪੰਜਾਬੀ 'ਚ ਆਪਾਂ ਚਪਣੀ ਕਹਿ ਦਿੰਦੇ ਹਾਂ, ਮੈਡੀਕਲ ਟਰਮੀਨੋਲੋਜੀ ਪਟੇਲਾ ਕਹਿ ਦਿੰਦੇ ਹਾਂ। ਸੋ ਅਸੀਂ ਬੜੇ ਐਗਜ਼ਾਮਿਨ ਕਰਦੇ ਹਾਂ ਪੇਸ਼ੈਂਟ ਨੂੰ, ਧਿਆਨ ਨਾਲ ਅਸੈਸ ਕਰਦੇ ਹਾਂ ਉਹ ਕੀ ਕੰਪਲੇਂਟ ਕਰ ਰਿਹਾ। ਕਈ ਵਾਰ ਕੀ ਹੁੰਦਾ ਕਿ ਇਸ ਪਾਸੇ ਦਰਦ ਹੋ ਰਹੀ ਹੁੰਦੀ ਹੈ, ਕਈ ਵਾਰ ਉਹ ਕਹਿੰਦਾ ਅੱਗੇ ਦਰਦ ਹੋ ਰਹੀ ਹੈ, ਕਈ ਵਾਰ ਉਹ ਕਹਿੰਦਾ ਇਸ ਪਾਸੇ ਦਰਦ ਹੋ ਰਹੀ ਹੈ, ਕਈ ਵਾਰ ਉਹ ਕਹਿ ਰਿਹਾ ਇੱਧਰ ਦਰਦ ਹੋ ਰਹੀ ਹੈ। ਕਿ ਉਹ ਫਿਰ ਅਸੀਂ ਅਸੈਸ ਕਰਦੇ ਹਾਂ ਕਿ ਇਹ ਚਪਣੀ ਰਗੜ ਤਾਂ ਨਹੀਂ ਖਾ ਰਹੀ, ਜਾਂ ਗੋਡਾ ਆਪਸ ਤਾਂ ਨਹੀਂ ਰਗੜ ਖਾ ਰਿਹਾ, ਦੋ ਹੱਡੀਆਂ ਨੇ ਇਹ ਤਾਂ ਨਹੀਂ ਰਗੜ ਖਾ ਰਹੀ। ਫਿਰ ਉਹ ਜਿੱਦਾਂ ਦੀ ਉਹਨੂੰ ਕੰਪਲੇਂਟ ਹੁੰਦੀ ਹੈ ਉਸ ਤਰ੍ਹਾਂ ਆਪਾਂ ਉਹਨੂੰ ਟਰੀਟਮੈਂਟ ਦਿੰਦੇ ਹਾਂ। ਸਾਡੇ ਟਰੀਟਮੈਂਟ 'ਚ ਤਿੰਨ ਚੀਜ਼ਾਂ ਇੰਕਲੂਡ ਨੇ। ਪਹਿਲੀ ਹੈ ਸਾਡੇ ਕੋਲ ਕੁਝ ਇਲੈਕਟ੍ਰੋਥੈਰੇਪਿਊਟਿਕ ਮੋਡੈਲਿਟੀਜ਼, ਉਹਦੇ 'ਚ ਉਹ ਮਸ਼ੀਨਾਂ ਕੁਝ ਲਾਈਆਂ ਜਾਂਦੀਆਂ ਤਾਂ ਕਿ ਉਹਦਾ ਦਰਦ ਘਟਾਇਆ ਜਾਵੇ। ਸੈਕਿੰਡ ਸਾਡੇ ਕੋਲ ਹੈਗੀ ਹੈ ਮੈਨੂਅਲ ਥੈਰੇਪੀ। ਮੰਨ ਲਓ ਗੋਡਾ ਉਹਦਾ ਐਂ ਘੁੰਮ ਗਿਆ ਔਰ ਉਹ ਜਦੋਂ ਤੁਰਦਾ ਤਾਂ ਐਂ ਰਗੜ ਖਾ ਰਿਹਾ ਜੀ, ਅਸੀਂ ਉਹਨੂੰ ਅਸੈਸ ਕਰਕੇ ਕੀ ਪਤਾ ਅਸੀਂ ਗੋਡਾ ਉਹਦਾ ਐਂ ਕਰ ਦਈਏ, ਦੈਟ ਇਜ਼ ਦ ਮੈਨੂਅਲ ਥੈਰੇਪੀ। ਉਹਦੀ ਅਲਾਈਨਮੈਂਟ ਸੈੱਟ ਕਰ ਦਈਏ, ਫਿਰ ਉਹ ਅਲਾਈਨਮੈਂਟ ਮੇਨਟੇਨ ਰਵੇ ਉਹਦੇ ਵਾਸਤੇ ਅਸੀਂ ਕੁਝ ਐਕਸਰਸਾਈਜ਼ ਗਾਈਡ ਕਰ ਦਈਏ ਅਤੇ ਕੁਝ ਪ੍ਰੀਕਾਸ਼ਨਸ ਦੇ ਦਈਏ ਥੋੜ੍ਹੇ ਦਿਨਾਂ ਵਾਸਤੇ। ਜਿਵੇਂ ਫੋਰ ਐਗਜ਼ਾਮਪਲ ਫੋਰ ਏ ਫੀਮੇਲ ਅਸੀਂ ਕਹਿ ਦਿੰਦੇ ਹਾਂ ਜੀ ਤੁਸੀਂ ਹੀਲ ਨਾ ਪਾਇਓ ਥੋੜ੍ਹੇ ਦਿਨ ਜੀ, ਜਾਂ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਿ ਤੁਸੀਂ ਥੋੜ੍ਹੀ ਦੇਰ ਫਲੈਟ ਸ਼ੂਜ਼ ਨਹੀਂ ਪਾਉਣੇ, ਜਾਂ ਅਸੀਂ ਕਈ ਵਾਰ ਕੁਝ ਕਹਿ ਦਿੰਦੇ ਹਾਂ ਕਿ ਤੁਸੀਂ ਸੈਰ ਨਹੀਂ ਕਰਨੀ ਕਿਉਂਕਿ ਸੈਰ ਖਾਣ ਨਾਲ ਉਹ ਹੋਰ ਰਗੜ ਖਾ ਰਿਹਾ ਜੀ। ਥੋੜ੍ਹੇ ਦਿਨ ਰੁਕ ਜਾਓ, ਇੱਕ ਵਾਰ ਅਸੀਂ ਇਹਨੂੰ ਸੈੱਟ ਕਰ ਲਈਏ ਫਿਰ ਤੁਸੀਂ ਆਪਣੀ ਐਕਟੀਵਿਟੀ ਹੌਲੀ ਹੌਲੀ ਫਿਰ ਸ਼ੁਰੂ ਕਰੋ। ਸੋ ਸਾਡਾ ਮਕਸਦ ਉਹਨੂੰ ਰੋਕਣਾ ਨਹੀਂ ਹੈ, ਉਹਨੂੰ ਵਾਪਸ ਉਸ ਐਕਟੀਵਿਟੀ 'ਤੇ ਲੈ ਕੇ ਆਉਣਾ ਹੈ ਜੀ। ਇੱਕ ਛੋਟੀ ਜਿਹੀ ਐਗਜ਼ਾਮਪਲ ਹੋਰ ਦੇਵਾਂਗਾ, ਆਪਾਂ ਇੰਡੀਅਨ ਟਾਇਲਟ ਯੂਜ਼ ਕਰਨਾ ਛੱਡਤਾ ਜੀ। ਉਹਦੇ ਕਰਕੇ ਕੀ ਹੈ ਕਿ ਹੌਲੀ ਅਸੀਂ ਥੱਲੇ ਨਹੀਂ ਬਹਿ ਪਾਉਂਦੇ। ਹੁਣ ਸਾਡੀ ਜਿਹੜੀ ਥੱਲੇ ਬਹਿਣ ਵਾਲੀ ਐਕਟੀਵਿਟੀ ਸੀ ਉਹ ਹੌਲੀ ਬੰਦ ਹੁੰਦੀਆਂ ਜਾ ਰਹੀਆਂ ਨੇ। ਅਸੀਂ ਕੁਰਸੀ ਟੇਬਲ 'ਤੇ ਬਹਿ ਕੇ ਜਿਹੜਾ ਕੰਮ ਹੁੰਦਾ ਕੁਰਸੀ ਟੇਬਲ 'ਤੇ ਹੈ, ਖਾਣਾ ਖਾਂਦੇ ਹਾਂ ਆਪਾਂ ਡਾਈਨਿੰਗ ਟੇਬਲ 'ਤੇ ਖਾਂਦੇ ਹਾਂ, ਠੀਕ ਹੈ। ਗੁਰਦੁਆਰੇ ਜਾਂਦੇ ਹਾਂ ਉਹ ਥੱਲੇ ਬੈਠਦੇ ਸੀਗੇ, ਉਹ ਹੁਣ ਕਈ ਬਜ਼ੁਰਗ ਬੈਠ ਨਹੀਂ ਸਕਦੇ, ਮੱਥਾ ਟੇਕ ਕੇ ਵਾਪਸ ਆ ਜਾਂਦੇ ਆ। ਬਿਲਕੁਲ। ਸੋ ਜਿਹੜੀ ਥੱਲੇ ਬੈਠਣ ਵਾਲੀ ਐਕਟੀਵਿਟੀਜ਼ ਹੈ ਜਿਵੇਂ ਬੰਦ ਹੋਈ ਜਾ ਰਹੀਆਂ ਨੇ, ਗੋਡੇ 'ਤੇ ਇੰਪੈਕਟ ਆ ਰਿਹਾ। ਅੱਛਾ, ਪਹਿਲੇ ਸਾਈਕਲ ਚਲਾਉਂਦੇ ਸੀਗੇ, ਹੁਣ ਸਾਈਕਲ ਵੀ ਖਤਮ ਹੋ ਗਈ ਹੈ। ਸੋ ਕਿਤੇ ਨਾ ਕਿਤੇ ਲਾਈਫ ਸਟਾਈਲ ਮੋਡੀਫਿਕੇਸ਼ਨ ਚਾਹੀਦਾ ਹੈ, ਕਿਤੇ ਨਾ ਕਿਤੇ ਐਕਸਰਸਾਈਜ਼ਸ ਚਾਹੀਦੀਆਂ ਨੇ, ਕੇਅਰ ਕਰਨ ਦੀ ਲੋੜ ਹੈ ਇਹਦੇ 'ਚ, ਨਾ ਕਿ ਸਰਜਰੀ ਦੀ ਲੋੜ ਹੈ ਜੀ। ਡਾਕਟਰ ਸਾਹਿਬ, ਜਦੋਂ ਅਸੀਂ ਗੋਡਿਆਂ ਦੇ ਸੰਦਰਭ ਵਿੱਚ ਗੱਲ ਕਰੀਏ ਤੇ ਇਹਦਾ ਕਾਰਨ ਹਮੇਸ਼ਾ ਇਹੀ ਰਹਿੰਦਾ ਵੀ ਉਹ ਫਲੂਇਡ ਕਿਤੇ ਨਾ ਕਿਤੇ, ਕਿਉਂਕਿ ਸਮੇਂ ਦੇ ਨਾਲ ਉਹ ਘਟਦਾ ਹੀ ਹੈ ਜਿਵੇਂ ਇਨਸਾਨ ਜਿਹੜਾ ਆਪਣੀ ਜਵਾਨੀ ਤੋਂ ਬੁਢਾਪੇ ਵੱਲ ਨੂੰ ਪੈਰ ਪਸਾਰਦਾ, ਤੇ ਜਾਂ ਇਸ ਦੇ ਹੋਰ ਰੀਜ਼ਨ ਵੀ ਹੋ ਸਕਦੇ। ਹੁਣ ਜਿਹੜੀ ਇੱਕ ਵਾਰ ਚੀਜ਼ ਖਤਮ ਹੋ ਗਈ ਉਹ ਦੁਬਾਰਾ ਉਹਨੂੰ ਕਿਵੇਂ ਮੈਨੇਜ ਜਾਂ ਮੇਨਟੇਨ ਕੀਤਾ ਜਾਵੇ? ਬੜਾ ਹੀ ਵੈਲਿਡ ਕੁਐਸਚਨ ਪੁੱਛਿਆ ਜੀ। ਇਹ ਵੀ ਨਾ ਮਰੀਜ਼ ਆ ਕੇ ਸਾਨੂੰ ਪੁੱਛਦਾ ਜੀ ਉਹ ਦੇਖਿਓ ਸਾਡੀ ਗਰੀਸ ਤਾਂ ਨਹੀਂ ਖਤਮ ਹੋ ਗਈ ਜੀ। ਉਹ ਐਕਚੁਅਲੀ ਗਰੀਸ ਨਹੀਂ, ਉਹ ਸਾਈਨੋਵਿਅਲ ਫਲੂਇਡ ਹੈ। ਸਾਈਨੋਵਿਅਲ ਫਲੂਇਡ ਖਤਮ ਨਹੀਂ ਹੁੰਦਾ। ਬਾਡੀ ਜਿਵੇਂ ਏਜਡ ਹੁੰਦੀ ਹੈ ਕੁਝ ਇੰਟਰਨਲ ਚੇਂਜਸ ਆਉਂਦੀਆਂ ਨੇ, ਜਿਵੇਂ ਫੋਰ ਐਗਜ਼ਾਮਪਲ ਵਾਲ ਚਿੱਟੇ ਹੁੰਦੇ ਨੇ ਜੀ, ਆਪਣੀ ਨੇੜੇ ਦੀ ਚਸ਼ਮਾ ਲੱਗ ਜਾਂਦਾ ਹੈ ਕਿਉਂਕਿ ਆਈਬਾਲ ਸ਼ਰਿੰਕ ਕਰ ਜਾਂਦੀ ਹੈ ਨਾ, ਰਿੰਕਲਸ ਪੈਣੇ ਸ਼ੁਰੂ ਹੋ ਜਾਂਦੇ ਆ। ਸੋ ਗੋਡੇ ਦੇ ਵਿਚਕਾਰ ਇੱਥੇ ਕਾਰਟਿਲੇਜ ਹੁੰਦਾ ਜਿਹੜਾ ਕੁਸ਼ਨਿੰਗ ਇੰਪੈਕਟ ਦਿੰਦਾ। ਸੋ ਇਹ ਜਿਹੜਾ ਗੋਡਾ ਆਪਣਾ ਇਹ ਇੱਕ ਕੈਪਸੂਲ ਨਾਲ ਕਵਰ ਹੁੰਦਾ, ਮਤਲਬ ਇੱਕ ਲੇਅਰ ਹੈ, ਲਿਫਾਫੇ ਵਰਗੀ ਲੇਅਰ ਹੈ ਜਿਹੜੀ ਇਹਨੂੰ ਕਵਰ ਕਰਕੇ ਰੱਖਦੀ ਹੈ। ਉਹਦੇ ਵਿੱਚ ਸਾਈਨੋਵੀਅਲ ਫਲੂਇਡ ਹੁੰਦਾ ਤੇ ਸਾਈਨੋਵੀਅਲ ਫਲੂਇਡ ਉਹ ਕਾਰਟਿਲੇਜ ਨੂੰ ਨਰਿਸ਼ਮੈਂਟ ਦਿੰਦਾ। ਬਿਲਕੁਲ। ਤੇ ਜਦੋਂ ਗੋਡਾ ਆਪਣਾ ਐਵੇਂ ਸਿੱਧਾ ਹੁੰਦਾ ਤਾਂ ਉਹ ਪ੍ਰੈਸ਼ਰ ਨਾਲ ਉਹ ਫਲੂਇਡ ਬਾਹਰ ਨਿਕਲ ਜਾਂਦਾ ਤੇ ਜਦੋਂ ਮੁੜਦਾ ਉਹ ਜਿਹੜਾ ਫਲੂਇਡ ਆ ਵਾਪਸ ਇੰਪਾਈਬ ਹੋ ਜਾਂਦਾ ਕਾਰਟਿਲੇਜ 'ਚ। ਉਹ ਜਦੋਂ ਗੋਡਾ ਇੱਦਾਂ ਚੱਲਦਾ ਤੇ ਉਹ ਕਾਰਟਿਲੇਜ ਦੀ ਹੈਲਥ ਮੇਨਟੇਨ ਰਹਿੰਦੀ ਹੈ। ਹੁੰਦਾ ਕੀ ਹੈ, ਵਿਦ ਏਜ ਆਪਣੀ ਐਕਟੀਵਿਟੀ ਘਟਦੀ ਹੈ, ਕੁਝ ਚੇਂਜਸ ਆ ਰਹੀਆਂ ਨੇ, ਉਹਦੇ ਨਾਲ ਜਿਹੜਾ ਉਹ ਕਾਰਟਿਲੇਜ ਆ ਉਹ ਡੀਹਾਈਡਰੇਟ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਡੀਹਾਈਡਰੇਟ ਹੋਣਾ ਸ਼ੁਰੂ ਹੋ ਜਾਂਦਾ ਉਹਦੀ ਕੱਟ ਫੱਟ, ਉਹਦੀ ਵੇਅਰ ਐਂਡ ਟੀਅਰ ਵੱਧ ਜਾਂਦੀ ਹੈ ਤੇ ਜਦੋਂ ਵੇਅਰ ਐਂਡ ਟੀਅਰ ਵੱਧ ਜਾਂਦੀ ਹੈ ਤੇ ਗੋਡਾ ਜਾਣਾ ਸ਼ੁਰੂ ਹੋ ਜਾਂਦਾ। ਸੋ ਇੱਥੇ ਵੀ ਮੈਂ ਇੱਕ ਗੱਲ ਕਹਾਂਗਾ ਕਿ ਪਹਿਲੇ ਅਸੀਂ ਸਾਈਕਲ ਚਲਾਉਂਦੇ ਸੀ, ਗੋਡਾ ਇੱਦਾਂ ਚੱਲਦਾ ਰਹਿੰਦਾ ਸੀ ਤੇ ਕਾਰਟਿਲੇਜ ਮੇਨਟੇਨ ਰਹਿੰਦਾ ਸੀਗਾ। ਹੁਣ ਆਪਾਂ ਸਾਈਕਲ ਚਲਾਉਂਦੇ ਹੀ ਨਹੀਂ ਹੈ ਤੇ ਗੋਡੇ ਦੀ ਜਿਹੜੀ ਆ ਮੂਵਮੈਂਟ ਹੈ ਉਹ ਘਟ ਗਈ ਹੈ, ਪੈਰਾਂ ਭਾਰ ਬੈਠਣੋਂ ਘਟ ਗਏ ਆ, ਤਾਂ ਉਹ ਕਾਰਟਿਲੇਜ ਦੀ ਹੈਲਥ ਜਿਹੜੀ ਹੈ ਮੇਨਟੇਨ ਰੱਖਣੀ ਔਖੀ ਹੋ ਰਹੀ ਹੈ ਬਾਡੀ ਨੂੰ, ਕਿਉਂਕਿ ਉਹ ਮੂਵਮੈਂਟ ਘਟ ਗਈ ਤੇ ਕਾਰਟਿਲੇਜ ਡਿਸਟਰੋਏ ਹੋਣਾ ਸ਼ੁਰੂ ਹੋ ਗਿਆ ਜੀ। ਸੋ ਇਹ ਚੀਜ਼ ਹੈ। ਤੁਸੀਂ ਆਪਣੇ ਐਕਸਪੀਰੀਅੰਸ ਤੋਂ ਕੀ ਕਹੋਗੇ ਜਿਹੜੇ ਮਰੀਜ਼ ਤੁਹਾਡੇ ਕੋਲ ਨੀ ਰਿਪਲੇਸਮੈਂਟ ਤੋਂ ਬਾਅਦ ਆਏ, ਕਿਉਂਕਿ ਉਹ ਤੋਂ ਬਾਅਦ ਵੀ ਤਾਂ ਸਾਨੂੰ ਇੱਕ ਫਿਜ਼ੀਓਥੈਰੇਪਿਸਟ ਦੀ ਲੋੜ ਪੈਂਦੀ ਹੈ ਨਾ, ਜਿਹੜਾ ਉਹਨਾਂ ਨੂੰ ਕੁਝ ਦਿਨ ਟਰੀਟਮੈਂਟ ਦਿੰਦਾ, ਕੁਝ ਹਫ਼ਤੇ ਟਰੀਟਮੈਂਟ ਦਿੰਦਾ। ਸੋ ਉਹਨਾਂ ਕੇਸਿਸ ਦੇ ਵਿੱਚ ਕਿਸ ਤਰ੍ਹਾਂ ਦਾ ਮੰਜ਼ਰ ਹੁੰਦਾ? ਦੇਖੋ ਜੀ, ਆਹ ਰੱਬ ਨੇ ਇੰਨਾ ਵਧੀਆ ਸਰੀਰ ਦਿੱਤਾ, ਅਸੀਂ ਇਹ ਤਾਂ ਸਾਂਭ ਨਹੀਂ ਪਾਏ।
ਵੀਅਰ ਐਂਡ ਟੀਅਰ ਹੋਣੀ ਹੈ। ਤੁਸੀਂ ਕਦੀ ਨੋਟ ਕਰ ਲਿਓ ਜਿਹੜਾ ਪਲੇਅਰ ਹੈ ਜਾਂ ਜਿਹੜੇ ਕੋਚਿਸ ਹੁੰਦੇ ਨੇ ਸਾਡੇ, ਜਿਹੜੇ ਟੀਮ ਪਲੇਅਰਸ ਨੇ ਜਿਹੜੇ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹਨਾਂ ਦੇ ਗੋਡੇ ਐਨ ਫਸਟ ਕਲਾਸ ਪਏ ਨੇ ਕਿਉਂਕਿ ਉਹ ਐਕਸਰਸਾਈਜ਼ ਕਰਦੇ ਨੇ। ਸਾਡੇ ਸਟਾਰਸ ਦੇਖ ਲਓ, ਠੀਕ ਹੈ, ਜਿਹੜੇ ਬਾਲੀਵੁੱਡ ਸੈਲੀਬ੍ਰਿਟੀਜ਼ ਨੇ, ਉਹ ਖਿਆਲ ਹੀ ਸਰੀਰ ਦਾ ਰੱਖਦੇ ਆ, ਖਾਣ ਪੀਣ ਦਾ ਖਿਆਲ ਰੱਖਦੇ ਨੇ, ਉਹ ਜਵਾਨ ਪਏ ਨੇ, ਹੈ ਨਾ। ਤੁਸੀਂ ਰੇਖਾ ਜੀ ਦੇਖ ਲਓ, ਹੈ ਨਾ। ਸੋ ਕਿੰਨੇ ਹੀ ਆਪਾਂ ਐਗਜ਼ਾਮਪਲਸ ਦੇ ਸਕਦੇ ਹਾਂ ਕਿ ਉਹ ਕਾਫੀ ਹੱਦ ਤੱਕ ਫਿਟ ਐਂਡ ਫਾਈਨ ਨੇ ਕਿਉਂਕਿ ਉਹਨਾਂ ਦਾ ਖਿਆਲ ਆਪਣੀ ਬਾਡੀ 'ਤੇ ਹੈ। ਉਹਦੇ 'ਚ ਕਿਸੇ ਹੱਦ ਤੱਕ ਠੀਕ ਹੈ ਕਾਸਮੈਟੋਲੋਜੀ ਦਾ ਵੀ ਰੋਲ ਹੈ ਜੀ, ਪਰ ਉੱਥੇ ਵੀ ਉਹੀ ਚੀਜ਼ ਜੱਚਦੀ ਹੈ ਜੇ ਹੈਲਦੀ ਸਰੀਰ ਹੈ। ਇਸ ਤੋਂ ਇਲਾਵਾ ਗੋਡਿਆਂ ਦਾ ਜਿਹੜਾ ਹੋਰ ਮਸਲਾ ਉਹ ਕੀ ਹੋ ਸਕਦਾ? ਜਿਵੇਂ ਅਸੀਂ ਫਲੂਇਡ ਦੀ ਗੱਲ ਕੀਤੀ, ਇੱਕ ਮਸਲਾ ਤੇ ਇਹ ਹੈ ਵੀ ਇਸ ਕਰਕੇ ਸਾਨੂੰ ਇਸ਼ੂਜ਼ ਆਉਂਦੇ ਨੇ, ਇਹ ਤੋਂ ਇਲਾਵਾ ਕੋਈ ਹੋਰ ਪ੍ਰੋਬਲਮਸ? ਫਿਜ਼ੀਓਥੈਰੇਪਿਸਟ ਹੈ ਨਾ ਜੀ, ਮੇਨਲੀ ਹੈਲਪ ਕਰਦਾ ਇਨ ਆਸਟੀਓਆਰਥਰਾਈਟਿਸ, ਵੀਅਰ ਐਂਡ ਟੀਅਰ ਆਫ ਦਾ ਜੁਆਇੰਟਸ। ਅਗਰ ਉਹ ਸੈਪਟਿਕ ਹੈ ਗੋਡਾ ਤੇ ਫਿਜ਼ੀਓਥੈਰੇਪਿਸਟ ਦਾ ਕੋਈ ਰੋਲ ਨਹੀਂ ਹੈ, ਕੋਈ ਇਨਫੈਕਸ਼ਨ ਹੈ ਕੋਈ ਰੋਲ ਨਹੀਂ ਹੈ। ਦੇਖੋ ਜਿਹੜੀ 2011 ਦਾ ਸੈਂਸਸ ਹੋਇਆ ਸੀਗਾ ਇੰਡੀਆ ਦਾ, ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਡਿਸੇਬਿਲਿਟੀ ਮੰਨੀ ਗਈ ਹੈ ਉਹ ਮੂਵਮੈਂਟ ਡਿਸੇਬਿਲਿਟੀ ਮੰਨੀ ਗਈ ਹੈ। ਸੈਕਿੰਡ ਨੰਬਰ 'ਤੇ ਵਿਜ਼ਨ ਡਿਸੇਬਿਲਿਟੀ ਹੈ। ਸੋ ਮੂਵਮੈਂਟ ਡਿਸੇਬਿਲਿਟੀ 'ਚ ਉਹਦੇ 'ਚ ਇਹ ਆਉਂਦਾ ਹੈ ਕਿ ਬੰਦਾ ਆਪੇ ਇੱਥੇ ਤੋਂ ਥੋੜ੍ਹਾ ਜਿਹਾ ਵੀ ਫਾਸਲਾ ਮੂਵ ਨਹੀਂ ਕਰ ਪਾ ਰਿਹਾ, ਉਹਨੂੰ ਕੋਈ ਨਾ ਕੋਈ ਆਰਥੋਸਿਸ ਚਾਹੀਦਾ। ਆਰਥੋਸਿਸ ਮਤਲਬ ਕੋਈ ਨਾ ਕੋਈ ਕਰੈਕਟਿਵ ਡਿਵਾਈਸ, ਜਿਵੇਂ ਉਹਨੂੰ ਸੋਟੀ ਚਾਹੀਦੀ ਹੈ ਜਾਂ ਉਹਨੂੰ ਵੀਲ ਚੇਅਰ ਚਾਹੀਦੀ ਹੈ ਜਾਂ ਉਹਨੂੰ ਕੋਈ ਸਹਾਰਾ ਚਾਹੀਦਾ ਹੈ। ਦਿਸ ਇਜ਼ ਆਲ, ਇਹ ਮੋਬਿਲਿਟੀ ਡਿਸੇਬਿਲਿਟੀ 'ਚ ਆ ਗਿਆ। ਸੋ ਇਹਦੇ 'ਚ ਫਿਜ਼ੀਓਥੈਰੇਪਿਸਟ ਦਾ ਬਹੁਤ ਵੱਡਾ ਰੋਲ ਹੈ। ਕੁਛ ਪੰਗਾ ਇਹ ਪੈ ਰਿਹਾ ਹੈ ਕਿ ਆਪਣਾ ਯੂਥ ਬਾਹਰ ਜਾ ਰਿਹਾ, ਯੂਥ ਬਾਹਰ ਜਾ ਰਿਹਾ ਅਤੇ ਬਜ਼ੁਰਗ ਵਿਚਾਰੇ ਇੱਥੇ ਰਹਿ ਰਹੇ ਨੇ, ਉਹਨਾਂ ਨੂੰ ਵੀ ਫਿਜ਼ੀਓਥੈਰੇਪਿਸਟ ਦੀ ਬਹੁਤ ਲੋੜ ਹੈ। ਅਤੇ ਹਰ ਬਜ਼ੁਰਗ ਜਿਹੜਾ ਮੇਰੇ ਕੋਲ ਆਉਂਦਾ ਉਹ ਕਿੱਥੇ ਨਾ ਕਿੱਥੇ ਇੱਕ ਭਰੇ ਮਨ ਨਾਲ ਮੇਰੇ ਨਾਲ ਇਹ ਗੱਲ ਕਰ ਦਿੰਦਾ ਹੈ ਕਿ ਡਾਕਟਰ ਸਾਹਿਬ ਬੱਚੇ ਤਾਂ ਸਾਡੇ ਬਾਹਰ ਨੇ ਅਤੇ ਸਾਨੂੰ ਨਾ ਬਸ ਤੁਰਦਾ ਫਿਰਦਾ ਰੱਖੋ, ਅਸੀਂ ਤੁਰਦੇ ਫਿਰਦੇ ਜਾਣਾ ਚਾਹੁੰਦੇ ਹਾਂ, ਕਿਸੇ 'ਤੇ ਬੋਝ ਨਹੀਂ ਬਣਨਾ ਚਾਹੁੰਦੇ। ਸੋ ਇਹ ਜਿਹੜੀ ਲਾਈਨ ਹੈ ਨਾ, ਇਹ ਬੜੀ ਕਈ ਵਾਰ ਪਿੰਚ ਕਰਦੀ ਹੈ ਅਤੇ ਸਾਨੂੰ ਇਹ ਹੁੰਦਾ ਹੈ ਕਿ ਮੈਕਸੀਮਮ ਅਵੇਅਰਨੈਸ ਫੈਲਾਈਏ ਤਾਂ ਕਿ ਬਜ਼ੁਰਗਾਂ ਨੂੰ ਜਿਹੜਾ ਡਰ ਹੈ ਕਿ ਮੈਂ ਬੈੱਡ ਰਿਡਨ ਨਾ ਹੋ ਜਾ ਜਾਂ ਪ੍ਰੋਬਲਮ ਨਾ ਆਵੇ, ਤਾਂ ਉਹਦੇ 'ਚ ਇਹ ਫਿਜ਼ੀਓਥੈਰੇਪਿਸਟ ਬਹੁਤ ਸਹਾਈ ਸਿੱਧ ਹੋ ਸਕਦਾ ਜੀ। ਡਾਕਟਰ ਸਾਹਿਬ, ਤੁਸੀਂ ਪ੍ਰੋਗਰਾਮ ਦੇ ਆਗਾਜ਼ ਵਿੱਚ ਇੱਕ ਲਾਈਨ ਕਹੀ ਸੀ, ਉਹ ਇੱਦਾਂ ਕਿ ਨੀ ਰਿਪਲੇਸਮੈਂਟ ਆ ਉਹ ਬਿਲਕੁਲ ਇੱਕ ਐਂਡ ਵਾਲਾ ਪੁਆਇੰਟ ਹੈ, ਉਸ ਤੋਂ ਬਾਅਦ ਸਾਡੇ ਕੋਲ ਕੋਈ ਆਪਸ਼ਨ ਨਹੀਂ ਬਚਦੀ। ਕੋਈ ਆਪਣੇ ਐਕਸਪੀਰੀਅੰਸ 'ਚੋਂ ਇਸ ਤਰ੍ਹਾਂ ਦਾ ਕੇਸ ਸਾਡੇ ਨਾਲ ਸ਼ੇਅਰ ਕਰੋ ਜਦੋਂ ਬਿਲਕੁਲ ਮਤਲਬ ਗੋਡਾ ਖਰਾਬ ਹੋਣ ਦੀ ਕਗਾਰ 'ਤੇ ਹੋਵੇ ਅਤੇ ਫਿਜ਼ੀਓਥੈਰੇਪੀ ਦੇ ਨਾਲ ਉਸ ਦਾ ਆਪਰੇਸ਼ਨ ਤੋਂ ਬਚਾਅ ਹੋ ਗਿਆ ਹੋਵੇ। ਕਾਫੀ ਨੀ ਰਿਪਲੇਸਮੈਂਟ ਬਚਾਈ ਹੈ ਜੀ। ਕਈ ਵਾਰੀ ਕੀ ਹੁੰਦਾ ਹੈ ਕਿ ਹੁਣ ਅਗਰ ਸਰਜਨ ਕੋਲ ਜਾਵਾਂਗੇ ਤਾਂ ਸਾਰੇ ਸਰਜਨ ਇੱਕੋ ਜਿਹੇ ਨਹੀਂ ਹੁੰਦੇ, ਕਈ ਚੰਗੇ ਵੀ ਹੁੰਦੇ ਹੈ, ਕਈ ਥੋੜ੍ਹੇ ਜਿਹੇ ਹੁੰਦੇ ਕਿ ਚਲੋ ਜਲਦੀ ਨਿਬੇੜ ਦਈਏ ਕਿ ਕਰਨਾ ਤਾਂ ਹੈ ਹੀ ਹੈ। ਉਹਦੇ 'ਚ ਕਈ ਵਾਰ ਇਹ ਕੰਡੀਸ਼ਨ ਹੁੰਦੀ ਹੈ ਕਿ ਪੇਸ਼ੈਂਟ, ਮੇਨ ਕੁਐਸਚਨ ਇਹ ਹੈ ਕਿ ਰਿਪਲੇਸਮੈਂਟ ਵੱਲ ਜਾਣਾ ਕਦੋਂ ਚਾਹੀਦਾ। ਮੈਂ ਇਹ ਕਹੂੰਗਾ ਕਿ ਅਗਰ ਪੇਸ਼ੈਂਟ ਤੋਂ 2 ਕਦਮ ਉੱਠ ਕੇ ਪਾਣੀ ਨਹੀਂ ਪੀਤਾ ਜਾ ਰਿਹਾ ਜੀ ਤਾਂ ਉਹ ਨੀ ਰਿਪਲੇਸਮੈਂਟ ਵਾਸਤੇ ਚਲੇ ਜੇ, ਉਹਨੂੰ ਇੰਨਾ ਪੇਨ ਹੈ ਕਿ ਉਹ ਨਹੀਂ ਜਾ ਪਾ ਰਿਹਾ ਜੀ। ਦੂਜਾ, ਅਗਰ ਉਹ ਪੇਸ਼ੈਂਟ ਤੁਰਦੇ ਹੋਏ ਬਹੁਤ ਜ਼ਿਆਦਾ ਵੈਡਲਿੰਗ ਕਰ ਰਿਹਾ, ਅਸੀਂ ਉਹਨੂੰ ਆਪਣੀ ਮੈਡੀਕਲ ਟਰਮੀਨੋਲੋਜੀ 'ਚ ਵੈਡਲਿੰਗ ਗੇਟ ਕਹਿੰਦੇ ਹਾਂ ਜਾਂ ਡਕ ਗੇਟ ਕਹਿੰਦੇ ਹਾਂ, ਅਗਰ ਉਹ ਬਹੁਤ ਜ਼ਿਆਦਾ ਹੈ ਔਰ ਉਹਦੀ ਬੈਕ ਪੇਨ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਉਹ ਚਲੇ ਜੇ। ਅਗਰ ਉਹਦਾ ਗੋਡਾ ਪੂਰਾ ਆਪਸ 'ਚ ਚਿਪਕ ਚੁੱਕਿਆ, ਠੀਕ ਹੈ, ਤਾਂ ਉਹ ਚਲੇ ਜੇ। ਸਾਡਾ ਰੋਲ ਉਹਦੇ 'ਚ ਇੰਨਾ ਹੈ ਕਿ ਅਸੀਂ ਥੋੜ੍ਹੀ ਜਿਹੀ ਪੇਨ ਤਾਂ ਘਟਾ ਸਕਦੇ ਹਾਂ, ਉਹਨੂੰ ਹੈਲਪ ਕਰ ਸਕਦੇ ਹਾਂ, ਉਹਦੀ ਮਸਲ ਸਟਰੈਂਥਨ ਕਰ ਸਕਦੇ ਹਾਂ ਤਾਂ ਕਿ ਰਿਕਵਰੀ ਫਾਸਟ ਆਵੇ ਆਫਟਰ ਸਰਜਰੀ। ਪਰ ਇਹ ਉਹ ਬਹੁਤ ਲੇਟ ਹੋ ਚੁੱਕਿਆ। ਸੋ ਪੇਸ਼ੈਂਟ ਨੂੰ ਮੈਂ ਇਹੀ ਕਹੂੰਗਾ ਕਿ ਤੁਹਾਡਾ ਅਰਲੀ ਸਟੇਜ ਜਦੋਂ ਵੀ ਤੁਹਾਨੂੰ ਪੇਨ ਹੁੰਦਾ ਹੈ ਅਤੇ ਤੁਸੀਂ ਫਿਜ਼ੀਓਥੈਰੇਪਿਸਟ ਨੂੰ ਕੰਸਲਟ ਕਰੋ ਤਾਂ ਕਿ ਅਸੀਂ ਤੁਹਾਡੀ ਅਰਲੀ ਸਟੇਜ 'ਤੇ ਤੁਹਾਡੀ ਹੈਲਪ ਕਰ ਸਕੀਏ ਅਤੇ ਉਹ ਡਿਟੀਓਰੇਟ ਹੀ ਨਾ ਇੰਨਾ ਹੋਵੇ। ਬਿਲਕੁਲ। ਡਾਕਟਰ ਸਾਹਿਬ, ਹੁਣ ਇਸ ਤੋਂ ਵੀ ਪਹਿਲਾਂ ਸਵਾਲ ਇਹ ਆਉਂਦਾ ਵੀ ਸਾਨੂੰ ਪਤਾ ਕਿਵੇਂ ਲੱਗੇ ਵੀ ਪ੍ਰੋਬਲਮ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ? ਜਿਵੇਂ ਪਿੰਡਾਂ 'ਚ ਆਮ ਕਹਿੰਦੇ ਵੀ ਸਾਡੀਆਂ ਲੱਤਾਂ ਭਾਰ ਨਹੀਂ ਝੱਲਦੀਆਂ, ਕੀ ਇਸ ਦਾ ਮੇਨ ਕਾਰਨ ਇਹ ਵੀ ਹੈ ਵੀ ਬਾਡੀ ਦਾ ਬਹੁਤ ਜ਼ਿਆਦਾ ਓਵਰਵੇਟ ਹੋ ਜਾਣਾ, ਵੀ ਉਹ ਸਾਰੇ ਦਾ ਸਾਰਾ ਵੇਟ ਜਿਹੜਾ ਉਹ ਸਮੇਂ ਦੇ ਨਾਲ ਨਾਲ ਤੁਹਾਡੀ ਲੈਗਸ ਜਾਂ ਗੋਡਿਆਂ 'ਤੇ ਆਉਂਦਾ? ਅਰਲੀ ਮਾਰਕਰਸ ਜਿਹੜੇ ਹੈ ਉਹ ਹੈ ਪੇਨ ਜੀ। ਮੈਂ ਕਹਿੰਦਾ ਜਿਹੜਾ ਦਰਦ ਹੈ ਨਾ, ਤੁਹਾਡਾ ਦੋਸਤ ਹੈ, ਉਹ ਤੁਹਾਨੂੰ ਦੱਸ ਰਿਹਾ ਕਿ ਤੁਹਾਡੀ ਸਰੀਰ 'ਚ ਨਾ ਗੜਬੜ ਚੱਲ ਰਹੀ ਹੈ, ਇਹਨੂੰ ਸਿੰਪਲੀ ਪੇਨ ਕਿਲਰ ਖਾ ਕੇ ਸਪਰੈਸ ਨਾ ਕੀਤਾ ਜਾਵੇ, ਇਹਦਾ ਰੀਜ਼ਨ ਫਾਈਂਡ ਆਊਟ ਕੀਤਾ ਜਾਵੇ ਕਿ ਇਹ ਕਿਉਂ ਹੋ ਰਿਹਾ। ਹੁਣ ਜਿਵੇਂ
ਕੁਝ ਯੰਗਸਟਰਸ ਆ ਕੇ ਕਹਿੰਦੇ ਜੀ ਪੌੜੀ ਚੜ੍ਹੇ ਤੇ ਨਾ ਕਈ ਵਾਰ ਦਰਦ ਹੁੰਦੀ ਹੈ, ਸੋ ਉਹ ਇੱਕ ਅਰਲੀ ਮਾਰਕਰ ਹੈ ਕਿ ਤੁਹਾਡੀ ਗੋਡੇ ਨੂੰ ਕੇਅਰ ਦੀ ਲੋੜ ਹੈ ਜੀ। ਉਹਦੇ 'ਚ ਅਸੀਂ ਕੁਝ ਐਕਸਰਸਾਈਜ਼ਸ ਰਿਕਮੈਂਡ ਕਰ ਦਈਦੀਆਂ ਨੇ ਉਹਨੂੰ ਚੈੱਕ ਕਰਕੇ। ਫਿਰ ਕਈ ਵਾਰ ਤੁਸੀਂ ਗੁਰਦੁਆਰੇ ਮੰਦਿਰ ਜਾਓ, ਜਦੋਂ ਪਾਠ ਪੂਜਾ ਚੱਲ ਰਹੀ ਹੁੰਦੀ ਹੈ ਤੇ ਘੰਟੇ ਬਾਅਦ ਉੱਠਦੇ ਨੇ ਬੰਦੇ, ਤੇ ਉਹਨਾਂ ਦੀ ਚਾਲ ਦੇਖਿਆ ਕਰੋ, ਉਹ ਇੱਦਾਂ ਚੱਲ ਰਹੇ ਹੁੰਦੇ ਨੇ, ਥੋੜੀ ਦੇਰ ਬਾਅਦ ਠੀਕ ਹੋ ਜਾਂਦੇ ਨੇ। ਬਿਲਕੁਲ, ਹੈ ਨਾ। ਜਾਂ ਉਹ ਬੰਦੇ ਜਿਹੜੇ ਉੱਠਣ 'ਚ ਸਹਾਰਾ ਭਾਲਦੇ ਨੇ ਜੀ, ਇਹ ਅਰਲੀ ਮਾਰਕਰਸ ਨੇ ਕਿ ਤੁਹਾਡੇ ਗੋਡਾ ਜਾ ਰਿਹਾ ਹੈ, ਤੁਹਾਡੀ ਮਸਲਸ ਵੀਕ ਹੋ ਰਹੀਆਂ ਨੇ, ਆਪਾਂ ਉਹਨਾਂ ਨੂੰ ਸਟਰੈਂਥਨ ਕਰੀਏ। ਤੁਹਾਨੂੰ ਨੀਚੋਂ ਉੱਠਣ 'ਚ ਤਕਲੀਫ ਹੁੰਦੀ ਹੈ, ਜਾਂ ਕਈ ਬਜ਼ੁਰਗ ਕਹਿੰਦੇ ਮੈਂ ਸੋਫੇ 'ਤੇ ਨਹੀਂ ਬਹਿ ਸਕਦਾ, ਸੋਫੇ ਤੋਂ ਉੱਠਣ 'ਚ ਵੀ ਪ੍ਰੋਬਲਮ ਹੋ ਰਹੀ ਹੈ ਮੈਨੂੰ, ਤੇ ਜਦੋਂ ਉੱਠਣ ਦੀ ਕੋਸ਼ਿਸ਼ ਕਰਦੇ ਨੇ ਤਾਂ ਗੋਡਾ ਦੁਖਦਾ ਕਿਉਂਕਿ ਗੋਡੇ 'ਤੇ ਸਟ੍ਰੈਸ ਪੈਂਦਾ। ਜਾਂ ਅਰਲੀ ਮਾਰਕਰ ਇਹ ਹੈ ਕਿ ਜਦੋਂ ਤੁਸੀਂ ਤੁਰਦੇ ਹੋ ਤੁਹਾਨੂੰ ਤੁਰੇ 'ਤੇ ਪੇਨ ਹੈ, ਪੌੜੀ ਚੜ੍ਹੇ 'ਤੇ ਜਿਵੇਂ ਮੈਂ ਦੱਸਿਆ। ਸੋ ਇਹ ਕੁਝ ਚੀਜ਼ਾਂ ਨੇ ਜਿਹਨੂੰ ਤੁਸੀਂ ਕੰਸੀਡਰ ਕਰ ਸਕਦੇ ਹੋ। ਡਾਕਟਰ ਸਾਹਿਬ, ਇੱਕ ਨਾ ਹੋਰ ਸਾਡੇ ਲੋਕਾਂ ਦੀ ਸਾਈਕੀ ਇਹ ਹੈ, ਕਿਉਂਕਿ ਫਿਜ਼ੀਓਥੈਰੇਪਿਸਟ ਨੇ ਕੋਈ ਦਵਾਈ ਨਹੀਂ ਦੇਣੀ ਹੁੰਦੀ, ਤਾਂ ਉਹਨਾਂ ਨੂੰ ਇੱਦਾਂ ਲੱਗਦਾ ਵੀ ਇਹ ਡਾਕਟਰ ਨੇ ਵੀ ਸਾਨੂੰ ਥੋੜ੍ਹਾ ਜਿਹਾ ਦੇਖ ਕੇ ਜਾਂ ਟੱਚ ਕਰਕੇ, ਜਾਂ ਜਿਵੇਂ ਤੁਸੀਂ ਨੀਡਲਸ ਵਿੱਚ ਤੁਹਾਡੀ ਮੁਹਾਰਤ ਹੈ ਵੀ ਉਹ ਲਾ ਕੇ ਭੇਜਦਾ, ਸਾਨੂੰ ਦਵਾਈ ਤਾਂ ਦਿੱਤੀ ਨਹੀਂ ਹੈ। ਤਾਂ ਦਵਾਈ ਤੋਂ ਬਿਨਾਂ ਮਤਲਬ ਕਈ ਵਾਰ ਲੋਕਾਂ ਨੂੰ ਐਂ ਲੱਗਦਾ ਵੀ ਅਧੂਰਾ ਹੈ। ਹੁਣ ਇਹ ਮਿੱਥ ਵੀ ਹੈ ਕਿਤੇ ਨਾ ਕਿਤੇ। ਦੇਖੋ, ਸਾਡਾ ਟਰੀਟਮੈਂਟ ਹੀ ਡਰੱਗਲੈਸ ਥੈਰੇਪੀ ਹੈ ਜੀ, ਠੀਕ ਹੈ। ਸਾਡੇ ਪ੍ਰੋਫੈਸ਼ਨ ਦੀ ਹੋਂਦ ਜਿਹੜੀ ਹੈ ਉਹ ਇਸੇ ਤੇ ਸ਼ੁਰੂ ਹੋਈ ਹੈ ਕਿ ਅਸੀਂ ਦਵਾਈ ਨਹੀਂ ਦੇਣੀ ਜੀ, ਠੀਕ ਹੈ। ਤੇ ਸਾਡੇ ਕੋਲ ਕਈ ਬੰਦੇ ਉਹ ਆਉਂਦੇ ਜਿਹੜੇ ਦਵਾਈਆਂ ਖਾ ਕੇ ਰੱਜੇ ਹੁੰਦੇ ਨੇ, ਦਵਾਈਆਂ ਦੇ ਸਾਈਡ ਇਫੈਕਟ ਜਿਵੇਂ ਐਸਿਡ ਰਿਫਲਕਸ ਹੈ ਜਾਂ ਉਹਦੇ ਤੋਂ ਪਰੇਸ਼ਾਨ ਹੁੰਦੇ ਨੇ, ਤੇ ਸਾਨੂੰ ਬੜਾ ਗਰਵ ਮਹਿਸੂਸ ਹੁੰਦਾ ਕਿ ਅਸੀਂ ਕੋਈ ਦਵਾਈ ਨਹੀਂ ਦਿੰਦੇ ਤੇ ਬਿਨਾਂ ਦਵਾਈ ਦੇ ਅਸੀਂ ਠੀਕ ਕਰਦੇ ਹਾਂ। ਤੇ ਹੁਣ ਅੱਜ ਦਾ ਜਿਹੜਾ ਯੁੱਗ ਹੈ ਉਹ ਬੰਦੇ ਇਹੀ ਚਾਹੁੰਦੇ ਨੇ ਕਿ ਬਿਨਾਂ ਦਵਾਈ ਦੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਕਰੋ, ਤੇ ਅਸੀਂ ਕਰਦੇ ਵੀ ਆ। ਉਹਦੇ ਵਿੱਚ ਸਾਡੇ ਕੋਲ ਮਸ਼ੀਨਾਂ ਹੈਗੀਆਂ ਨੇ, ਜਾਂ ਮੈਨੂਅਲ ਥੈਰੇਪੀ ਹੈ, ਜਾਂ ਐਕਸਰਸਾਈਜ਼ ਥੈਰੇਪੀ ਹੈ। ਮੇਨ ਇਲਾਜ ਐਕਸਰਸਾਈਜ਼ ਥੈਰੇਪੀ। ਅਗਰ ਬੰਦਾ ਉਹ ਰੂਟੀਨ ਮੇਨਟੇਨ ਕਰ ਲੈਂਦਾ, ਆਪਣੇ ਵਾਸਤੇ ਘੰਟਾ ਕੱਢ ਲੈਂਦਾ, ਤੇ ਉਹ ਕਾਮਯਾਬ ਹੈ। ਡਾਕਟਰ ਸਾਹਿਬ, ਜੇਕਰ ਆਖਰੀ ਸਵਾਲ ਹੈ ਬਸ, ਕਿ ਜੇਕਰ ਤੁਹਾਨੂੰ ਦਰਦ ਹੋ ਰਿਹਾ ਜਾਂ ਤਾਂ ਉਹ ਬੰਦਾ ਫਿਜ਼ੀਓਥੈਰੇਪਿਸਟ ਕੋਲ ਜਾਵੇ ਜਾਂ ਉਹ ਔਰਥੋ ਵਾਲੇ ਡਾਕਟਰ ਨਾਲ ਕੰਸਲਟ ਕਰੇ, ਪਰ ਕਿਤੇ ਨਾ ਕਿਤੇ ਕਈ ਵਾਰੀ ਬਾਡੀ 'ਚ ਇੱਦਾਂ ਹੁੰਦਾ ਵੀ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ ਜਾਂ ਕਿਸੇ ਹੋਰ ਚੀਜ਼ ਦੀ B12 ਦੀ ਕਮੀ ਹੋ ਗਈ, ਜਿਸ ਕਰਕੇ ਉਹਨੂੰ ਉਹ ਜੁਆਇੰਟ ਪੇਨ ਜਾਂ ਉਹ ਲਥਾਰਜਤ ਫੀਲ ਕਰਦਾ, ਆਪਣੇ ਆਪ ਨੂੰ ਆਲਸ ਉਹਦੇ 'ਚ ਆਉਂਦਾ। ਤਾਂ ਇਹ ਵੀ ਹੁਣ ਕੀ ਡਿਫਰੈਂਸ ਹੈ ਵੀ ਉਹਨੂੰ ਪਤਾ ਲੱਗੇ ਵੀ ਮੈਨੂੰ ਹੁਣ ਕਿਸੇ ਸਪਲੀਮੈਂਟ ਦੀ ਜ਼ਰੂਰਤ ਹੈ, ਮੈਨੂੰ ਉਹ ਲੈਣਾ ਚਾਹੀਦਾ। ਬੜਾ ਵਧੀਆ ਸਵਾਲ ਪੁੱਛਿਆ ਜੀ। ਦੇਖੋ, ਪਹਿਲੇ ਨਾ ਡਰੱਗ ਟ੍ਰੀਟਮੈਂਟ ਸੀ ਜੀ, ਜੇ ਡਰੱਗ ਕਾਮਯਾਬ ਨਹੀਂ ਹੋ ਰਹੀ ਤਾਂ ਸਿੱਧਾ ਫਿਰ ਬੰਦਾ ਸਰਜਰੀ ਤੇ ਚਲੇ ਜਾਂਦਾ ਸੀ ਜੀ। ਇਹਦੇ ਵਿਚਕਾਰ ਹੋਰ ਕੋਈ ਆਪਸ਼ਨ ਨਹੀਂ ਸੀ ਕਿਸੇ। ਹੁਣ ਉਹ ਆਪਸ਼ਨ ਕੀ ਆਈ ਹੈ? ਫਿਜ਼ੀਓਥੈਰੇਪੀ ਆਈ ਹੈ। ਬਿਲਕੁਲ ਠੀਕ ਹੈ ਕਿ ਤੁਸੀਂ ਡਾਇਰੈਕਟ ਦਵਾਈਆਂ ਤੋਂ ਸਰਜਰੀ ਵੱਲ ਜੰਪ ਨਹੀਂ ਕਰਨਾ। ਤੁਸੀਂ ਅਗਰ ਨਾਲ ਪੈਰਲਲ, ਮੈਂ ਨਹੀਂ ਕਹਿੰਦਾ ਕਿ ਫਿਜ਼ੀਓਥੈਰੇਪੀ ਹੀ ਸਭ ਕੁਝ ਕਰ ਸਕਦੀ ਹੈ। ਸਰੀਰ ਨੂੰ ਸਾਂਭਣਾ ਇੱਕ ਸੌਖਾ ਕੰਮ ਨਹੀਂ ਹੈ ਜੀ, ਇਹਦੇ 'ਚ ਟੀਮ ਵਰਕ ਚਾਹੀਦੀ ਹੈ ਜੀ। ਅਸੀਂ ਪੇਸ਼ੈਂਟ ਨੂੰ ਕਹਿੰਦੇ ਹਾਂ ਕਿ ਤੁਸੀਂ ਆਪਣੇ ਆਰਥੋਪੈਡਿਸ਼ਨ ਨੂੰ ਵੀ ਕੰਸਲਟ ਕਰੋ, ਉਹ ਜਿਹੜੀਆਂ ਦਵਾਈਆਂ ਦੇ ਰਿਹਾ, ਜਿਹੜੇ ਕੋਈ ਤੁਹਾਡੇ ਟੈਸਟ ਕਰਾਏ ਨੇ, ਅਗਰ ਕੋਈ ਡੈਫੀਸ਼ੀਐਂਸੀ ਹੈ ਉਹ ਵੀ ਕਵਰ ਕਰੋ। ਨਾਲ ਆਪਾਂ ਐਕਸਰਸਾਈਜ਼ ਕਰਦੇ ਹਾਂ, ਠੀਕ ਹੈ। ਉਹ ਦੋਨੋਂ ਚੀਜ਼ਾਂ ਇੱਕ ਔਰ ਇੱਕ 11 ਦਾ ਕੰਮ ਕਰਦੀਆਂ ਨੇ। ਬਿਲਕੁਲ ਠੀਕ। ਸੋ ਇੱਕ ਟੀਮ ਵਰਕ ਬਹੁਤ ਜ਼ਰੂਰੀ ਹੈ। ਉਹ ਟੀਮ ਦਾ ਹਿੱਸਾ ਆਰਥੋਪੈਡਿਸ਼ਨ ਵੀ ਹੈ, ਉਹ ਟੀਮ ਦਾ ਹਿੱਸਾ ਫਿਜ਼ੀਓਥੈਰੇਪਿਸਟ ਵੀ ਹੈ, ਉਹਦਾ ਮੇਨ ਇੰਪੋਰਟੈਂਟ ਹਿੱਸਾ ਪੇਸ਼ੈਂਟ ਵੀ ਹੈ ਜੀ। ਹੁਣ ਮੰਨ ਲਓ ਪੇਸ਼ੈਂਟ ਦਵਾਈ ਨਾ ਖਾਵੇ ਟਾਈਮ ਸਿਰ ਤਾਂ ਵੀ ਵਿੱਚੇ ਰਹਿ ਜਾਊਗਾ ਕੰਮ, ਉਹ ਐਕਸਰਸਾਈਜ਼ ਨਾ ਕਰੇ ਤਾਂ ਵੀ ਵਿੱਚੇ ਰਹਿ ਜਾਊਗਾ ਕੰਮ। ਸੋ ਉਹਦਾ ਸਿੰਸੀਅਰ ਤੇ ਡੈਡੀਕੇਸ਼ਨ ਹੋਣਾ ਪੇਸ਼ੈਂਟ ਦਾ ਬਹੁਤ ਜ਼ਰੂਰੀ ਹੈ। ਸੋ ਇੱਕ ਟੀਮ ਵਰਕ ਹੈ। ਦੇਖੋ, ਡੈਫੀਸ਼ੀਐਂਸੀ ਹੈ ਜਿਹੜੀ, ਉਹ ਦਵਾਈ ਨੇ ਖ਼ਤਮ ਕਰਨੀ ਹੈ। ਕੈਮੀਕਲ ਚੇਂਜ ਹੈ, ਕੋਈ ਇਨਫਲਾਮੇਸ਼ਨ ਹੈ, ਉਹ ਸਾਡੀ ਮੋਡੈਲਿਟੀ ਪਲੱਸ ਮੈਡੀਸਨ ਨੇ ਖ਼ਤਮ ਕਰਨੀ ਹੈ। ਜਿਹੜੀ ਸਟਰੈਂਥਨਿੰਗ ਹੈ ਔਰ ਜਿਹੜੀ ਰੇਂਜ ਆਫ ਮੋਸ਼ਨ ਅਸੀਂ ਵਧਾਉਣੀ ਹੈ, ਤੇ ਉਹ ਫਿਜ਼ੀਓਥੈਰੇਪਿਸਟ ਹੀ ਕਰ ਸਕਦਾ, ਦਵਾਈ ਨਹੀਂ ਕਰ ਸਕਦੀ। ਮਸਲ ਕਦੀ ਵੀ ਦਵਾਈ ਨਾਲ ਸਟਰੋਂਗ ਨਹੀਂ ਹੋ ਸਕਦੀ, ਉਹਦੇ ਵਾਸਤੇ ਉਹਨੂੰ ਵਰਜਿਸ਼ ਕਰਨੀ ਹੀ ਪਏਗੀ। ਹੁਣ ਕਈ ਵਾਰੀ ਇੱਕ ਹੋਰ ਮਾਰਕਰ ਮੇਰੇ ਧਿਆਨ 'ਚ ਆਇਆ ਹੈ ਕਿ ਬੰਦਾ ਕਹਿੰਦਾ ਕਿ ਮੈਂ ਜੀ ਗੋਡਾ ਅਜੇ ਆਪਣੀ ਹੀਲ ਹੈ, ਹਿਪ 'ਤੇ ਨਹੀਂ ਲਾ ਸਕਦਾ ਉਲਟਾ ਲੇਟ ਕੇ। ਜੇ ਉਹ ਨਹੀਂ ਲਾ ਸਕਦਾ, ਇਹਦਾ ਮਤਲਬ ਉਹਦੀ ਰੇਂਜ ਆਫ ਮੋਸ਼ਨ ਘਟ ਰਹੀ ਹੈ, ਉਹ ਥੱਲੇ ਨਹੀਂ ਬੈਠ ਪਾ ਰਿਹਾ। ਤੇ ਉਹ ਰੇਂਜ ਆਫ ਮੋਸ਼ਨ, ਉਹ ਗੋਡਾ ਪੂਰਾ ਇੱਦਾਂ ਫਲੈਕਸ ਹੋ ਜੇ
ਐ ਸਿੱਧਾ ਹੋ ਕੇ ਪੂਰਾ ਫਲੈਕਸ ਹੋ ਜੇ, ਇਹ ਕੋਈ ਦਵਾਈ ਨਹੀਂ ਕਰ ਸਕਦੀ, ਇਹ ਫਿਜ਼ੀਓਥੈਰੇਪਿਸਟ ਹੀ ਕਰ ਸਕਦਾ ਹੈ। ਸੋ ਆਰਥੋਪੈਡਿਸ਼ਨ ਦਾ ਆਪਣਾ ਵੱਖਰਾ ਰੋਲ ਹੈ, ਫਿਜ਼ੀਓਥੈਰੇਪਿਸਟ ਦਾ ਆਪਣਾ ਵੱਖਰਾ ਰੋਲ ਹੈ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਹੁਣ ਦਵਾਈ ਹੈ, ਦਵਾਈ ਨੇ ਆਪਣੇ ਹਿੱਸੇ ਦਾ ਕੰਮ ਕਰ ਦੇਣਾ ਔਰ ਹਰ ਇੱਕ ਇਵੈਲੂਏਸ਼ਨ ਨੂੰ ਦੇਖ ਕੇ, ਟੈਸਟ ਨੂੰ ਦੇਖ ਕੇ ਜਦੋਂ ਡਾਕਟਰ ਇਵੈਲੂਏਟ ਕਰਦਾ ਹੈ, ਉਹ ਇਹ ਡਿਸਾਈਡ ਕਰਦਾ ਵੀ ਇਹਨੂੰ ਦਵਾਈ ਜਿਹੜੀ ਉਹ ਕਿੰਨੇ ml ਦੇਣੀ ਹੈ, ਤੇ ਕਿਉਂਕਿ ਉਹਦੀ ਜਿੰਨੀ ਵੀ ਰੇਂਜ ਆਈ ਹੈ ਉਸ ਹਿਸਾਬ ਨਾਲ। ਜਦੋਂ ਅਸੀਂ ਫਿਜ਼ੀਓਥੈਰੇਪੀ ਦੀ ਗੱਲ ਕਰਦੇ ਹਾਂ ਤਾਂ ਇੱਥੇ ਜਦੋਂ ਤੁਸੀਂ ਐਕਸਰਸਾਈਜ਼ ਦੱਸਦੇ ਹੋ ਲੋਕਾਂ ਨੂੰ ਤਾਂ ਕੀ ਉਹ ਐਕਸਰਸਾਈਜ਼ ਜਿਹੜੀ ਹੈ ਹਰੇਕ ਵਾਸਤੇ ਸੇਮ ਹੁੰਦੀ ਹੈ? ਦੂਸਰਾ, ਜੇ ਉਹਨੂੰ ਕੋਈ ਉਹ ਡਾਇਬੀਟਿਕ ਹੈ, ਕੋਈ ਬੀਪੀ ਦਾ ਮਰੀਜ਼ ਹੈ, ਕਿ ਇਹ ਚੀਜ਼ਾਂ ਵੀ ਕਾਊਂਟ ਕਰਦੀਆਂ? ਬਹੁਤ ਕਾਊਂਟ ਕਰਦੀਆਂ ਮੈਮ। ਦੇਖੋ ਐਕਸਰਸਾਈਜ਼ ਦੇ ਨਾ 4 ਪਿਲਰਸ ਨੇ। 1 ਇਜ਼ ਸਟਰੈਂਥ, 1 ਇਜ਼ ਐਂਡਿਓਰੈਂਸ, 1 ਇਜ਼ ਫਲੈਕਸੀਬਿਲਿਟੀ ਐਂਡ 1 ਇਜ਼ ਬੈਲੈਂਸ। ਜੀ, ਇਹ ਚਾਰਾਂ ਤੇ ਅਸੀਂ ਫੋਕਸ ਕਰਕੇ ਚੱਲਦੇ ਹਾਂ। ਹੁਣ ਕੋਈ ਬਜ਼ੁਰਗ ਆਉਂਦਾ ਹੈ, ਉਹ 2 ਕਦਮ ਚੱਲ ਹੀ ਨਹੀਂ ਸਕਦਾ ਬਿਨਾਂ ਫੜੇ, ਤੇ ਅਸੀਂ ਉਹਨੂੰ ਸੈਰ ਕਹਿ ਦਈਏ, ਇਟਸ ਨਾਟ ਪੋਸੀਬਲ। ਸੋ ਅਸੀਂ ਵਰਕਆਊਟ ਕਰਾਂਗੇ ਉਹਦੇ ਬੈਲੈਂਸ ਤੇ। ਇੱਕ ਮਰੀਜ਼ ਆਉਂਦਾ ਹੈ, ਉਹਦੀ ਸਟਰੈਂਥ ਠੀਕ ਹੈ, ਪਰ ਉਹ ਕਹਿੰਦਾ ਮੈਂ ਫਿਰ ਵੀ ਨਹੀਂ ਚੱਲ ਸਕਦਾ, ਉਹਨੂੰ ਸਾਹ ਚੜ੍ਹਦਾ, ਤੇ ਅਸੀਂ ਉਹਨੂੰ ਕਹਾਂਗੇ ਨਾਲ ਕਾਰਡੀਓ ਚੈੱਕਅਪ ਜ਼ਰੂਰ ਕਰਾ ਕਿ ਤੈਨੂੰ ਸਾਹ ਕਿਉਂ ਚੜ੍ਹ ਰਿਹਾ। ਸੋ ਇਹ ਮੈਂ ਵਾਰ-ਵਾਰ ਕਹਿ ਰਿਹਾ ਕਿ ਇਟਸ ਏ ਟੀਮ ਵਰਕ। ਅਸੀਂ ਉਹਦੀ ਇਕੱਲੀ ਗੋਡੇ ਤੇ ਨਹੀਂ ਵਰਕਆਊਟ ਕਰ ਰਹੇ, ਅਸੀਂ ਥੋਰਲੀ ਉਹਨੂੰ ਚੈੱਕ ਕਰ ਰਹੇ ਹਾਂ, ਅਸੀਂ ਥੋਰਲੀ ਦੇਖ ਰਹੇ ਹਾਂ ਕਿ ਉਹਨੂੰ ਕਿਸ ਕੰਪੋਨੈਂਟ ਤੇ ਪਹਿਲੇ ਵਰਕਆਊਟ ਕਰਨਾ ਹੈ ਤਾਂ ਕਿ ਉਹ ਗਿਰੇ ਨਾ। 60 ਸਾਲ ਤੋਂ ਬਾਅਦ ਗਿਰਨ ਦਾ ਰਿਸਕ ਹੈ ਜਿਹੜਾ ਬਹੁਤ ਵੱਧ ਜਾਂਦਾ ਹੈ, ਤੇ ਇਹ ਡਿਟੋਰੇਸ਼ਨ ਦਾ ਇੱਕ ਬੜਾ ਵੱਡਾ ਕਾਰਨ ਹੈ। ਜੀ, ਸੋ ਸਾਡਾ ਫੋਕਸ ਕੱਲਾ ਗੋਡਾ ਨਹੀਂ ਹੈ ਜੀ, ਸਾਡਾ ਫੋਕਸ ਉਹਦੀ ਥੋਰਲੀ ਪੂਰੀ ਹੈਲਥ ਤੇ ਹੈ। ਜੀ, ਔਰ ਖਾਸ ਕਰਕੇ ਤੁਹਾਡਾ ਫੋਕਸ ਤਾਂ ਪੇਸ਼ੈਂਟ ਦੀ ਸਾਈਕੀ ਤੇ ਵੀ ਰਹਿੰਦਾ, ਕਿਉਂਕਿ ਡਾਕਟਰ ਸਾਹਿਬ ਕੋਲ ਜਿੰਨੇ ਵੀ ਲੋਕ ਆਉਂਦੇ ਨੇ ਉਹ ਹਮੇਸ਼ਾ ਕਹਿੰਦੇ ਨੇ ਵੀ ਤੇਰੇ ਹੱਥ ਵਿੱਚ ਸ਼ਿਫਾ ਹੈ, ਤੇਰੇ ਹੱਥ ਵਿੱਚ ਇਹ ਹੈ, ਤੇਰੇ ਤੇ ਪਰਮਾਤਮਾ ਦੀ ਜਿਹੜੀ ਹੈ ਵੱਖਰੀ ਕਿਸਮ ਦੀ ਮਿਹਰ ਹੈ। ਉਹ ਇਸੇ ਕਰਕੇ ਕਿਉਂਕਿ ਡਾਕਟਰ ਸਾਹਿਬ ਮਰੀਜ਼ਾਂ ਦਾ ਜਦੋਂ ਟਰੀਟਮੈਂਟ ਕਰਦੇ ਹੈ, ਉਹਨਾਂ ਨੂੰ ਸੁਣਨ ਦੇ ਵਿੱਚ ਵੀ, ਉਹਨਾਂ ਨੂੰ ਸਾਂਤਵਨਾ ਦੇਣ ਦੇ ਵਿੱਚ ਵੀ ਬਹੁਤ ਜ਼ਿਆਦਾ ਇਹਨਾਂ ਦੀ ਮੁਹਾਰਤ ਹੈ। ਔਰ ਮੈਂ ਪਰਸਨਲੀ ਇਸ ਤਰ੍ਹਾਂ ਦੇ ਬੜੇ ਸਾਰੇ ਮਰੀਜ਼ਾਂ ਨੂੰ ਮਿਲੀ ਹਾਂ ਯੂਨੀਵਰਸਿਟੀ 'ਚ, ਜਦੋਂ ਇਸ ਤਰ੍ਹਾਂ ਦੀ ਸਾਨੂੰ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਪੈਸ਼ਲੀ ਆਏ ਔਰ ਸਾਡੇ ਨਾਲ ਇਸ ਰਿਗਾਰਡਿੰਗ ਗੱਲਬਾਤ ਕੀਤੀ। ਉਮੀਦ ਹੈ ਕਿ ਅੱਜ ਦੀ ਜਾਣਕਾਰੀ ਤੁਹਾਡੇ ਲਈ ਵੀ ਲਾਹੇਵੰਦ ਰਹੀ ਹੋਏਗੀ। ਪ੍ਰੋਗਰਾਮ ਕਿਵੇਂ ਦਾ ਲੱਗਿਆ ਜ਼ਰੂਰ ਦੱਸਿਓ। ਆਉਣ ਵਾਲੇ ਸਮੇਂ ਦੇ ਵਿੱਚ ਡਾਕਟਰ ਸਾਹਿਬ ਨਾਲ ਅਸੀਂ ਹੋਰ ਇਸ ਤਰ੍ਹਾਂ ਦੀ ਗੱਲਾਂ ਬਾਤਾਂ ਕਰਦੇ ਰਹਿਣਾ। ਮੈਨੂੰ ਗੁਰਨੀਤ ਨੂੰ ਦਿਓ ਇਜਾਜ਼ਤ, ਪ੍ਰੋਗਰਾਮ ਇੱਥੇ ਖਤਮ ਕਰਨ ਦੀ। ਤੁਸੀਂ ਦੇਖਦੇ ਰਹੋ ਦ ਹਾਰਟ।